ਹਿਰਦੈ ਧਿਆਉ, ਹਿਰਦੈ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨ ਕੇ ਨਾਸਕ, ਬਿਗਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਸਤਿਗੁਰ ਸ਼ਬਦ ਨ ਪਰਚਾ ਪਾਇਓ, ਗੁਰ ਸਰੂਪ ਨ ਹਿਰਦੈ ਵਸਾਇਓ। ਤੀਜੀ ਹਿਰਸੀ ਸਿੱਖੀ ਜਾਨੋ, ਬਹੁਤ ਜੋ ਕਰਹਿ ਕਰਨ ਸੋ ਠਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਦੇ ਵਿੱਚ ਪ੍ਰਾਪਤ ਹੋਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ 5 ਤਰ੍ਹਾਂ ਦੇ ਸਿੱਖਾਂ ਦਾ ਵਰਣਨ ਕਰਦੇ ਪਏ। 5 ਤਰ੍ਹਾਂ ਦੀ ਸਿੱਖੀ ਹੈ। 2 ਤਰ੍ਹਾਂ ਦੀ ਸਿੱਖੀ ਜਿਹੜੀ ਹੈ ਉਹ ਆਪਾਂ ਕੱਲ ਬਚਨ ਸਰਵਣ ਕੀਤੇ ਸਨ। ਇੱਕ ਸਿੱਖੀ ਹੈ ਧੰਦੇ ਦੀ ਸਿੱਖੀ, ਦੂਜੀ ਸਿੱਖੀ ਹੈ ਦੇਖਾ ਦੇਖੀ ਦੀ ਸਿੱਖੀ। ਇੱਕ ਵੱਲ ਵੇਖ ਕੇ ਦੂਜਾ, ਦੂਜੇ ਵੱਲ ਵੇਖ ਕੇ ਤੀਜਾ। ਇਹ 2 ਤਰ੍ਹਾਂ ਦੀ ਸਿੱਖੀ ਬਾਰੇ ਕੱਲ ਆਪਾਂ ਕਥਾ ਵਿਚਾਰ ਸਰਵਣ ਕੀਤੀ ਹੈ। ਤੀਜੀ ਸਿੱਖੀ ਕਿਹੜੀ ਹੈ, ਚੌਥੀ ਕਿਹੜੀ ਔਰ ਪੰਜਵੀਂ ਕਿਹੜੀ ਹੈ, ਇਹ ਬਚਨ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਜੀ ਹਿਰਸੀ ਸਿੱਖੀ ਜਾਨੋ। ਮਹਾਰਾਜ ਕਹਿਣ ਲੱਗੇ ਜਿਹੜੀ ਤੀਜੀ ਸਿੱਖੀ ਹੈ ਨਾ 3 ਨੰਬਰ ਵਾਲੀ, ਉਹਨੂੰ ਹਿਰਸੀ ਦੀ ਸਿੱਖੀ ਆਖਿਆ ਜਾਂਦਾ। ਜਿਵੇਂ ਆਪਾਂ ਪਹਿਲਾਂ ਬਚਨ ਸਰਵਣ ਕੀਤਾ, ਇੱਕ ਧੰਦੇ ਦੀ ਹੈ, ਇੱਕ ਦੇਖਾ ਦੇਖੀ ਹੈ। ਤੀਜੀ ਸਿੱਖੀ ਹੈ ਹਿਰਸੀ। ਉਹ ਕਿਹੜੀ ਹੈ ਉਹ ਮਹਾਰਾਜ ਦੱਸਦੇ ਹਨ। ਬਹੁਤ ਜੋ ਕਰਹਿ ਕਰਨ ਸੋ ਠਾਨੋ। ਤੀਜੀ ਸਿੱਖੀ ਉਹ ਹੈ ਬਹੁਤੇ ਲੋਕ ਜੋ ਕੰਮ ਕਰਦੇ ਪਏ ਉਹ ਵੀ ਮੈਂ ਕਰਾਂ, ਉਹਨਾਂ ਦੇ ਨਾਲ ਰਲ ਜਾਵਾਂ। ਬਹੁਤੇ ਲੋਕ ਇਕੱਠੇ ਹੋ ਕੇ ਮੰਨ ਲਓ ਕੋਈ ਧਾਰਮਿਕ ਸਮਾਗਮ ਕਰਵਾਉਂਦੇ ਪਏ, ਕੋਈ ਧਾਰਮਿਕ ਕੰਮ ਕਰਦੇ ਪਏ, ਕੋਈ ਲੰਗਰ ਲਾਉਂਦੇ ਪਏ,
ਬਹੁਤਿਆਂ ਦੀ ਗਿਣਤੀ ਵੇਖ ਲਈ ਵੀ 50-60 ਬੰਦੇ ਇਸ ਕੰਮ ਤੇ ਲੱਗੇ, ਮੈਂ ਵੀ ਇਹਨਾਂ ਵਿੱਚ ਮਿਲ ਜਾਵਾਂ। ਬਹੁਤਿਆਂ ਦੇ ਵੱਲ ਵੇਖ ਕੇ ਉਹਨਾਂ ਦੇ ਨਾਲ ਮਿਲ ਗਿਆ। ਇਹਨੂੰ ਕਿਹਾ ਜਾਂਦਾ ਹਿਰਸੀ ਸਿੱਖੀ। ਬਹੁਤਿਆਂ ਦੀ ਗਿਣਤੀ ਵੇਖ ਲਈ, ਜਿਹੜੇ ਪਾਸੇ ਗਿਣਤੀ ਜ਼ਿਆਦਾ ਉਸ ਪਾਸੇ ਚੱਲ ਪਿਆ। ਜਿੱਥੇ ਸਾਰੇ ਚੱਲੇ ਨੇ ਮੈਂ ਵੀ ਇਹਨਾਂ ਦੇ ਨਾਲ ਹੀ। ਕਹਿਣ ਲੱਗੇ ਤੀਜੀ ਸਿੱਖੀ ਉਹ ਹੈ ਜਿਸ ਨੂੰ ਬਹੁਤਿਆਂ ਦਾ ਇਕੱਠ ਵੇਖ ਕੇ ਚੱਲਿਆ ਹੈ। ਸੋਝੀ ਕੁਛ ਨਾ ਆਪ ਕੋ ਆਈ। ਆਪ ਨੂੰ ਕੋਈ ਸੋਝੀ ਨਹੀਂ, ਆਪ ਨੂੰ ਨਹੀਂ ਪਤਾ ਲੱਗਾ ਵੀ ਇਹ ਜਿਹੜਾ ਕੰਮ ਹੋ ਰਿਹਾ ਠੀਕ ਹੋ ਰਿਹਾ ਕਿ ਗਲਤ ਹੋ ਰਿਹਾ, ਜਾਂ ਇਹ ਜਿਹੜੇ ਬਹੁਤੇ ਲੋਕ ਚੱਲਦੇ ਪਏ ਇੱਕ ਪਾਸੇ ਨੂੰ, ਇਹ ਠੀਕ ਚੱਲਦੇ ਪਏ ਕਿ ਗਲਤ ਚੱਲਦੇ ਪਏ। ਨਹੀਂ, ਆਪ ਨੂੰ ਸੋਝੀ ਕੋਈ ਨਹੀਂ ਹੈ। ਲੋਕਾਂ ਦਾ ਇਕੱਠ ਵੇਖਿਆ, ਆ 100 ਬੰਦਾ ਇੱਧਰ ਨੂੰ ਚੱਲਿਆ, ਇਹ ਠੀਕ ਹੀ ਹੋਣਗੇ। ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ ਨਾ, ਕਹਿਣ ਲੱਗੇ ਦੁਨੀਆ ਦੇ ਲੋਕ ਵੇਖਾ ਵੇਖੀ ਵਾਲੇ ਪਾਸੇ ਜ਼ਿਆਦਾ, ਆਪ ਡੁੱਬੇ ਚੋਹ ਬੇਦ ਮੇ ਚੇਲੇ ਦੀ ਇਹ ਬਹਾਰ। ਇੱਕ ਨੇ ਕਰਮਕਾਂਡ ਕੀਤਾ, ਦੂਜਾ ਵੀ ਉਹਦੇ ਮਗਰ ਕਰਦਾ ਪਿਆ, ਤੀਜਾ ਵੀ ਕਰਦਾ ਪਿਆ, ਚੌਥਾ ਵੀ ਕਰਦਾ ਪਿਆ, ਸਾਰੇ ਹੀ ਕਰਨ ਲੱਗ ਪਏ। ਉਹਦਾ ਭਾਵ ਕੀ ਹੈ, ਉਹਦਾ ਮਤਲਬ ਕੀ ਹੈ, ਇਹ ਨਹੀਂ ਜਾਣਿਆ। ਇਹਦਾ ਲਾਭ ਕੀ ਨੁਕਸਾਨ ਕੀ, ਇਹ ਨਹੀਂ ਜਾਣਿਆ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗਏ ਨਾ ਜਿਸ ਵੇਲੇ ਹਰਿਦੁਆਰ, ਤੇ ਉਹ ਪਾਂਡੇ ਜਿਹੜੇ ਨੇ ਬੁੱਕ ਭਰ ਕੇ ਪਾਣੀ ਦਾ ਸੂਰਜ ਨੂੰ ਦਿੰਦੇ ਪਏ। ਉਹਨਾਂ ਵੱਲ ਵੇਖ ਕੇ ਜਿਹੜੇ ਮੇਲੇ ਤੇ ਆਏ ਉਹ ਸਾਰੇ ਲੋਕ ਹੀ ਦਿੰਦੇ ਪਏ। ਗਿਆਨ ਕੋਈ ਨਹੀਂ ਵੀ ਇਹਦਾ ਭਾਵ ਕੀ ਹੈ। ਭਾਵ ਇਹ ਸਮਝਿਆ ਵੀ ਅਸੀਂ ਸੂਰਜ ਨੂੰ ਪਾਣੀ ਦੇ ਰਹੇ, ਠੰਡਾ ਕਰਦੇ ਪਏ, ਗਰਮ ਹੁੰਦਾ ਪਿਆ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹ ਪਾਣੀ ਲਹਿੰਦੇ ਨੂੰ ਦਿੱਤਾ। ਪੁੱਛਿਆ ਪੰਡਤਾਂ ਨੇ ਇਹ ਕਿਉਂ ਕੀਤਾ? ਤੇ ਮਹਾਰਾਜ ਨੇ ਆਖਿਆ ਤੁਸੀਂ ਕਿਉਂ ਕੀਤਾ? ਕਹਿੰਦੇ ਜੀ ਅਸੀਂ ਆਪਣੇ ਪਿਤਰਾਂ ਨੂੰ ਜਲ ਭੇਜਦੇ ਹਾਂ। ਤੇ ਮਹਾਰਾਜ ਕਹਿੰਦੇ ਅਸੀਂ ਆਪਣੇ ਖੇਤਾਂ ਨੂੰ ਜਲ ਭੇਜਦੇ ਹਾਂ। ਤੇ ਉਹਨਾਂ ਪਾਂਡਿਆਂ ਨੇ ਸਵਾਲ ਕੀਤਾ, ਮਹਾਰਾਜ ਖੇਤਾਂ ਨੂੰ ਜਲ ਕਿਵੇਂ ਜਾ ਸਕਦਾ? ਖੇਤ ਤੇ ਬਹੁਤ ਦੂਰ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਿਤਰਾਂ ਨੂੰ ਜਲ ਕਿਵੇਂ ਜਾ ਸਕਦਾ? ਉਹ ਤੇ ਅੱਧੋਂ ਵੀ ਜ਼ਿਆਦਾ ਦੂਰ ਨੇ। ਇਹ ਮਹਾਰਾਜ ਨੇ ਉੱਥੇ ਸਮਝਾਇਆ, ਬਚਨ ਗਿਆਨ ਤੋਂ ਬਿਨਾ ਪ੍ਰਾਪਤੀ ਨਹੀਂ ਹੈ। ਇੱਕ ਜਾਣਾ ਸੂਰਜ ਨੂੰ ਪਾਣੀ ਦਿੰਦਾ, ਦੂਜਾ ਵੀ ਦੇਣ ਲੱਗ ਪਿਆ। ਇੱਕ ਜਾਣਾ ਲੱਕੜਾਂ ਧੋ ਕੇ ਅੱਗ ਬਾਲਦਾ, ਦੂਜੇ ਨੇ ਵੇਖਿਆ ਵੀ ਲੱਕੜਾਂ ਧੋ ਕੇ ਬਾਲਣੀਆਂ। ਇਹਦਾ ਭਾਵ ਕੀ ਹੈ, ਮਤਲਬ ਕੀ ਹੈ, ਇਹ ਨਹੀਂ ਜਾਣਿਆ, ਗਿਆਨ ਨਹੀਂ ਲਿਆ। ਵੇਖਾ ਵੇਖੀ ਕਰਮ ਕੀਤਾ। ਇਹ ਇੱਕ ਨੇ ਕੀਤਾ ਤੇ ਦੂਜਾ ਵੀ ਕਰੇਗਾ। ਮਹਾਰਾਜ ਕਹਿਣ ਲੱਗੇ ਸੋਝੀ ਕਛ ਨਾ ਆਪ ਕੋ ਆਈ। ਆਪ ਨੂੰ ਕੋਈ ਗਿਆਨ ਨਹੀਂ ਆਇਆ। 100 ਬੰਦੇ ਨੇ ਕੰਮ ਕੀਤਾ ਹੈ, ਇਹ ਚੰਗਾ ਹੀ ਹੋਵੇਗਾ, ਮੈਂ ਵੀ ਇਹੋ ਹੀ ਕਰ ਲਵਾਂ, ਇਸ ਤਰ੍ਹਾਂ ਕਰਦਾ ਹੈ। ਨਹੀਂ ਸੀਖ ਲੈ ਗੁਰਮਤਿ ਪਾਈ। ਨਾ ਹੀ ਕਿਸੇ ਨੂੰ ਪੁੱਛਿਆ। ਜਿਹੜਾ 100 ਬੰਦਾ ਕਰਦਾ ਪਿਆ ਨਾ, ਪਹਿਲਾਂ 100 ਬੰਦੇ ਵਿੱਚੋਂ ਇੱਕ ਨੂੰ ਵੀ ਪੁੱਛਿਆ ਨਹੀਂ ਵੀ ਭਾਈ ਆ ਜਿਹੜਾ ਤੁਸੀਂ ਕੰਮ ਕਰਦੇ ਪਏ ਇਹਦਾ ਮਤਲਬ ਕੀ ਹੈ, ਇਹਦਾ ਭਾਵ ਕੀ ਹੈ, ਇਹਦੇ ਵਿੱਚੋਂ ਆਪਾਂ ਨੂੰ ਕੀ ਮਿਲੇਗਾ ਜਾਂ ਕੀ ਨੁਕਸਾਨ ਹੋਵੇਗਾ। ਨਹੀਂ ਪੁੱਛਿਆ, ਗਿਆਨ ਨਹੀਂ ਲਿਆ। ਜਿਵੇਂ ਉਹ ਲੱਗੇ ਉਵੇਂ ਆਪ ਵੀ ਲੱਗ ਪਿਆ। ਨਾ ਕੋਈ ਗੁਰੂ ਦੀ ਮੱਤ ਲਈ, ਨਾ ਕੋਈ ਗੁਰੂ ਦੀ ਸਿੱਖਿਆ ਲਈ, ਨਾ ਕੋਈ ਉਹਦੇ ਵਿੱਚੋਂ ਪ੍ਰਾਪਤੀ ਕੀਤੀ। ਦੂਜਿਆਂ ਦੇ ਵੱਲ ਵੇਖ ਕੇ ਖਾਲੀ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਪਾਉਣ ਵਾਸਤੇ ਆ ਗਿਆ ਨਾ ਜਨੇਊ। ਹਰਦਿਆਲ ਪੰਡਤ ਵੀ ਜਨੇਊ ਪਾਉਣਾ। ਤੇ ਮਹਾਰਾਜ ਨੇ ਹੱਥ ਕਰਕੇ ਰੋਕਿਆ ਵੀ ਰੁਕੋ, ਪਹਿਲਾਂ ਦੱਸੋ ਵੀ ਇਹ ਜਨੇਊ ਦਾ ਭਾਵ ਕੀ ਹੈ। ਤੇ ਜਿਹੜੇ ਸਾਰੇ ਖਲੋਤੇ ਸਨ ਆਸੇ ਪਾਸੇ, ਚਾਚੇ ਤਾਏ ਰਿਸ਼ਤੇਦਾਰ ਗੁਆਂਢੀ, ਉਹਨਾਂ ਨੇ ਆਖਿਆ ਵੀ ਚੁੱਪ ਕਰੋ। ਹੁਣ ਆਪਾਂ ਤੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਅੱਗੇ ਗੁਰੂ ਨਾਨਕ ਸਾਹਿਬ ਲਾਉਂਦੇ ਆ, ਉਹਨਾਂ ਤੇ ਸਿੱਧਾ ਨਾਂ ਹੀ ਲਿਆ ਹੋਵੇਗਾ ਨਾ ਵੀ ਚੁੱਪ ਕਰ, ਤੈਨੂੰ ਨਹੀਂ ਪਤਾ, ਇਹ ਰੀਤ ਤੁਰੀ ਆਉਂਦੀ ਮੁੱਢ ਤੋਂ ਇਸੇ ਤਰ੍ਹਾਂ ਹੀ ਹੁੰਦਾ। ਪਰ ਮਹਾਰਾਜ ਕਹਿੰਦੇ ਨਹੀਂ, ਰੀਤ ਤੁਰੀ ਆਉਂਦੀ ਵੱਖਰੀ ਗੱਲ ਹੈ, ਪਰ ਪਤਾ ਵੀ ਤੇ ਲੱਗੇ ਵੀ ਇਹਦਾ ਭਾਵ ਕੀ ਹੈ। ਫਿਰ ਪੰਡਤ ਨੇ ਸਮਝਾਇਆ, ਮਹਾਰਾਜ ਇਹ ਇੱਕ ਧਾਰਮਿਕ ਚਿੰਨ੍ਹ ਹੈ, ਇਹ ਪਾਉਣਾ ਪੈਂਦਾ, ਇਹ ਪਾਓਗੇ ਤੁਸੀਂ ਚੁੱਲ੍ਹੇ ਤੇ ਚੜ੍ਹ ਸਕਦੇ ਹੋ। ਸਾਰੀਆਂ ਗੱਲਾਂ ਸਮਝਾਈਆਂ। ਫਿਰ ਮਹਾਰਾਜ ਨੇ ਉਹਨੂੰ ਸਵਾਲ ਕੀਤੇ, ਇਹ ਤੇ ਟੁੱਟ ਵੀ ਸਕਦਾ ਧਾਗਾ, ਇਹ ਮੈਲਾ ਵੀ ਹੋ ਸਕਦਾ, ਇਹਨੂੰ ਪਾ ਕੇ ਬੰਦਾ ਬੁਰਾ ਮਾੜਾ ਚੰਗਾ ਕੰਮ ਵੀ ਕਰ ਸਕਦਾ, ਇਹਦੇ ਪਾਉਣ ਦਾ ਲਾਭ ਤੇ ਕੋਈ ਨਹੀਂ, ਗਿਆਨ ਤੇ ਨਹੀਂ ਨਾ ਕੋਈ ਹੋਇਆ। ਫਿਰ ਉਹਨਾਂ ਨੇ ਪੁੱਛਿਆ, ਮਹਾਰਾਜ ਤੁਸੀਂ ਕੀ ਆਖਦੇ ਹੋ, ਤੁਸੀਂ ਆਪਣਾ ਵਿਚਾਰ ਦਿਓ। ਫਿਰ ਮਹਾਰਾਜ ਨੇ ਉੱਥੇ ਆਪਣੇ ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, 7 ਵੱਟ
ਇਹ ਸ਼ਬਦ ਉਚਾਰ ਕੇ ਉੱਥੇ ਗੁਰਮਤ ਦੀ ਸੋਝੀ ਦਿੱਤੀ ਮਹਾਰਾਜ ਨੇ। ਜੇ ਪਾਉਣਾ ਤੇ ਆ ਪਾਓ, ਜੇ ਕਰਨਾ ਤੇ ਇਹ ਕੰਮ ਕਰੋ। ਇਹ ਨਹੀਂ ਵੀ ਇੱਕ ਨੇ ਜਨੇਊ ਪਾਇਆ ਮੈਂ ਵੀ ਪਾ ਲਵਾਂ, ਇੱਕ ਨੇ ਤਿਲਕ ਲਾਇਆ ਮੈਂ ਵੀ ਲਾ ਲਵਾਂ। ਉਹ ਲਾਇਆ ਕਿਉਂ ਹੈ, ਉਹਦਾ ਭਾਵ ਕੀ ਹੈ, ਉਹਦਾ ਫਲ ਕੀ ਮਿਲੇਗਾ। ਪਹਿਲਾਂ ਇਹ ਗਿਆਨ ਲੈ, ਪਹਿਲਾਂ ਸੋਝੀ ਲੈ। ਪਰ ਮਹਾਰਾਜ ਕਹਿਣ ਲੱਗੇ ਨਹੀਂ ਸੀਖ ਲੈ ਗੁਰਮਤ ਪਾਈ, ਨਾ ਗੁਰੂ ਦੀ ਸਿੱਖਿਆ ਲਈ, ਨਾ ਕਿਸੇ ਨੂੰ ਪੁੱਛਿਆ। ਜਿਵੇਂ ਇੱਕ ਨੇ ਕੀਤਾ ਉਵੇਂ ਦੂਜਾ ਕਰਦਾ ਹੈ। ਨਾ ਸੰਗਤ ਮੈਂ ਬੈਠਿਓ ਜਾਏ, ਤੇ ਗੁਰਮੁਖੋ ਕਦੇ ਸੰਗਤ ਵਿੱਚ ਬੈਠਾ ਹੀ ਨਹੀਂ। ਜਦੋਂ ਕਿਸੇ ਨੇ ਆਖਿਆ ਨਾ ਵੀ ਚੱਲ ਸਤ ਸੰਗਤ ਵਿੱਚ ਚੱਲੀਏ, ਆਪਾਂ ਕਥਾ ਸੁਣਾਂਗੇ, ਕੀਰਤਨ ਸੁਣਾਂਗੇ, ਗੁਰੂ ਦੀ ਬਾਣੀ ਸੁਣਾਂਗੇ, ਕਿਸੇ ਸਾਧੂ ਦਾ ਉਪਦੇਸ਼ ਸੁਣਾਂਗੇ, ਕਹਿਣ ਲੱਗਾ ਨਹੀਂ ਨਹੀਂ ਮੈਨੂੰ ਉਪਦੇਸ਼ ਦੀ ਲੋੜ ਨਹੀਂ। ਕਿਉਂ? ਕਿਉਂਕਿ ਮੈਂ ਤੇ ਪਹਿਲਾਂ ਹੀ ਬਹੁਤ ਸਿਆਣਾ ਹਾਂ, ਮੈਨੂੰ ਤੇ ਪਹਿਲਾਂ ਹੀ ਬਹੁਤ ਗਿਆਨ ਹੈ। ਆਪ ਕਦੇ ਸੰਗਤ ਵਿੱਚ ਨਹੀਂ ਆਇਆ, ਕਦੇ ਗੁਰੂ ਦਾ ਇਤਿਹਾਸ ਜਾਂ ਗੁਰੂ ਦੀ ਬਾਣੀ ਨਹੀਂ ਸੁਣੀ, ਜਾਂ ਕਿਸੇ ਬੰਦਗੀ ਵਾਲੇ ਸਾਧੂ ਕੋਲ ਬੈਠਾ ਹੀ ਨਹੀਂ ਕਦੇ, ਨਹੀਂ ਗੁਰਮਤ ਲਈ ਹੈ, ਨਹੀਂ ਸਿੱਖਿਆ ਲਈ ਹੈ, ਆਪ ਖਾਲੀ ਰਹਿ ਗਿਆ। ਪਰ ਖਾਲੀ ਹੋਣ ਦੇ ਬਾਵਜੂਦ ਵੀ ਇਹ ਗੱਲ ਕਹਿੰਦਾ ਹੈ ਕਿ ਮੇਰੇ ਵਰਗਾ ਸਮਝਦਾਰ ਕੋਈ ਨਹੀਂ, ਮੇਰੇ ਵਰਗੀ ਸੋਝੀ ਕੋਈ ਨਹੀਂ। ਇਸ ਤਰ੍ਹਾਂ ਦੇ ਬਚਨ ਕਰਦਾ ਹੈ। ਗੁਰ ਬਾਹੁਲ ਕੋ ਭੇਦ ਨਾ ਪਾਏ, ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਇਹ ਬਚਨ ਆਪਾਂ ਪਹਿਲਾਂ ਵੀ ਸਰਵਣ ਕੀਤਾ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਤੱਕ ਅੰਮ੍ਰਿਤ ਉਦੋਂ ਵੀ ਛਕਾਇਆ ਜਾਂਦਾ ਸੀ, ਉਦੋਂ ਚਰਨ ਪੌਲ ਦਿੱਤੀ ਜਾਂਦੀ ਹੈ। ਦਸਵੇਂ ਪਾਤਸ਼ਾਹ ਨੇ ਉਸ ਚਰਨ ਪੌਲ ਨੂੰ ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੇ ਰੂਪ ਵਿੱਚ ਬਦਲਿਆ। ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਕੋਲੋਂ ਛਕਣਾ, ਫਿਰ ਪੰਜਾਂ ਪਿਆਰਿਆਂ ਤੋਂ ਸਿੱਖਿਆ ਲੈਣੀ, ਫਿਰ ਉਹ ਸਿੱਖਿਆ ਦੇ ਉੱਪਰ ਚੱਲਣਾ, ਜੀਵਨ ਦੀ ਕਮਾਈ ਕਰਨੀ, ਅੱਗੇ ਵਧਣਾ। ਪਰ ਮਹਾਰਾਜ ਕਹਿਣ ਲੱਗੇ ਗਿਆ ਹੀ ਨਹੀਂ ਗੁਰੂ ਦੇ ਕੋਲ। ਕਹਿਣ ਲੱਗਾ ਗੁਰੂ ਕੋਲ ਕਿਉਂ ਜਾਵਾਂ, ਅੰਮ੍ਰਿਤ ਕਿਉਂ ਛਕਾਂ, ਮੈਂ ਪੰਜਾਂ ਪਿਆਰਿਆਂ ਦੀ ਦਿੱਤੀ ਸਿੱਖਿਆ ਤੇ ਕਿਉਂ ਚੱਲਾਂ। ਕਿਉਂਕਿ ਅੰਮ੍ਰਿਤ ਛਕਣ ਵਾਲੇ ਥੋੜੇ ਨੇ। ਬਚਨ ਇਹ ਆ ਗਿਆ ਵੀ ਬਹੁਤਿਆਂ ਦੇ ਵੱਲ ਵੇਖ ਕੇ ਚੱਲਦਾ ਹੈ। ਹੁਣ ਨਿਗੁਰੇ ਵਿਅਕਤੀ ਜ਼ਿਆਦਾ ਨੇ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੀ ਗਿਣਤੀ ਕਰੋੜਾਂ ਵਿੱਚ ਹੈ, ਜਿਨ੍ਹਾਂ ਨੇ ਛਕਿਆ ਹਜ਼ਾਰਾਂ ਵਿੱਚ ਹੋਣਗੇ। ਪਰ ਨਹੀਂ, ਹਜ਼ਾਰਾਂ ਵਾਲੇ ਪਾਸੇ ਨਹੀਂ ਵੇਖਿਆ, ਕਰੋੜਾਂ ਵਾਲੇ ਪਾਸੇ ਵੇਖ ਲਿਆ ਵੀ ਇਸ ਪਾਸੇ ਗਿਣਤੀ ਜ਼ਿਆਦਾ ਹੈ, ਉਸ ਪਾਸੇ ਨੂੰ ਚੱਲਿਆ। ਨਾ ਅੰਮ੍ਰਿਤ ਛਕਿਆ, ਨਾ ਗੁਰੂ ਦੀ ਸਿੱਖਿਆ ਲਈ, ਨਾ ਮਰਿਆਦਾ ਰੱਖੀ, ਇਹ ਤੋਂ ਖਾਲੀ ਰਹਿ ਗਿਆ ਹੈ। ਚਤੁਰਥ ਸਿੱਖੀ ਸਿਦਕੀ ਹੋਈ, ਇਹਨੂੰ ਮਹਾਰਾਜ ਨੇ ਆਖਿਆ ਹਿਰਸੀ ਸਿੱਖੀ। ਇਹ 3 ਨੰਬਰ ਦੀ ਸਿੱਖੀ ਹੈ। ਇਹਦੇ ਵਿੱਚੋਂ ਸਾਨੂੰ ਗਿਆਨ ਇਹ ਮਿਲਿਆ ਹੈ, ਦੂਜੇ ਦੇ ਵੱਲ ਵੇਖ ਕੇ ਕੰਮ ਕੀਤਾ ਹੈ, ਦੂਜਿਆਂ ਦੀ ਗਿਣਤੀ ਵੇਖ ਕੇ ਉਹਨਾਂ ਦੇ ਨਾਲ ਚੱਲ ਪਿਆ ਵੀ ਇੱਧਰ ਗਿਣਤੀ ਜ਼ਿਆਦਾ, ਇਹ ਕੰਮ ਠੀਕ ਹੋਵੇਗਾ। ਹੁਣ ਉਹ ਕੰਮ ਠੀਕ ਹੈ ਕਿ ਨਹੀਂ ਠੀਕ ਉਹ ਨਹੀਂ ਪੁੱਛਿਆ, ਉਹ ਜਾਣਕਾਰੀ ਲਈ ਨਹੀਂ, ਗਿਣਤੀ ਵੇਖ ਲਈ ਵੀ ਆਹ ਗਿਣਤੀ ਜ਼ਿਆਦਾ। ਇਹ ਹੈ 3 ਨੰਬਰ ਦੀ ਸਿੱਖੀ। ਹੁਣ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਇਸ ਤੋਂ ਅੱਗੇ ਹੈ 4ਥੇ ਨੰਬਰ ਦੀ ਸਿੱਖੀ, 4 ਨੰਬਰ ਸਿੱਖੀ ਜਿਹਨੂੰ ਆਖਦੇ। 4 ਨੰਬਰ ਦੀ ਸਿੱਖੀ ਜਿਹੜੀ ਹੈ ਉਸ ਨੂੰ ਸਿਦਕੀ ਸਿੱਖੀ ਆਖਿਆ ਜਾਂਦਾ। ਇਹਨਾਂ ਤਿੰਨਾਂ ਦੇ ਨਾਲੋਂ ਵੀ ਚੰਗੀ ਹੈ। ਸਿਦਕ ਰੱਖਣਾ, ਉਹਨੂੰ ਸਿਦਕੀ ਸਿੱਖੀ ਆਖਦੇ ਹਨ। ਗੁਰ ਬਿਨ ਅਪਰ ਨ ਮਾਨੈ ਕੋਈ। ਉਹਦੇ ਵਿੱਚ ਕੀ ਹੁੰਦਾ? ਸਿਦਕੀ ਸਿੱਖੀ ਵਿੱਚ ਇਹ ਹੁੰਦਾ ਵੀ ਮੈਂ ਗੁਰੂ ਬਿਨਾ ਕਿਸੇ ਨੂੰ ਮੰਨਣਾ ਹੀ ਨਹੀਂ। ਭਾਵੇਂ ਕੋਈ ਪੀਰ ਆ ਜਾਵੇ, ਪੈਗੰਬਰ ਆ ਜਾਵੇ, ਕੋਈ ਦੇਵਤਾ ਆ ਜਾਵੇ, ਕੋਈ ਔਲੀਆ ਅਵਤਾਰ ਆ ਜਾਵੇ, ਕੋਈ ਕਿੱਡਾ ਵੀ ਪੂਜਨੀਕ ਕਿਉਂ ਨਾ ਆ ਜਾਵੇ, ਕਿੱਡਾ ਵੀ ਧਰਮਾਤਮਾ ਕਿਉਂ ਨਾ ਆ ਜਾਵੇ, ਮੈਂ ਆਪਣੇ ਗੁਰੂ ਤੋਂ ਬਿਨਾ ਕਿਸੇ ਨੂੰ ਮੰਨਣਾ ਹੀ ਨਹੀਂ। ਮੇਰਾ ਸਿਰ ਝੁਕੇਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕੇਗਾ। ਮੈਂ ਗੁਰੂ ਦਾ ਸਿਦਕੀ ਸਿੱਖ ਹਾਂ, ਉਹਦੇ ਬਿਨਾ ਮੇਰਾ ਸਿਰ ਨਹੀਂ ਝੁਕੇਗਾ। ਭਾਈ ਮੰਝੀ ਆਏ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ, ਮਹਾਰਾਜ ਸਿੱਖ ਬਣਾ ਲਓ। ਪਾਤਸ਼ਾਹ ਨੇ ਆਖਿਆ ਤੂੰ ਪਹਿਲਾਂ ਹੀ ਸਿੱਖ ਬਣਿਆ, ਜਾਂ ਪਹਿਲੇ ਦਾ ਬਣਿਆ ਰਹੋ ਜਾਂ ਪਹਿਲੇ ਦੀ ਛੱਡ ਤੇ ਸਾਡੇ ਵੱਲੇ ਆ। ਸਾਖੀ ਬੜੀ ਲੰਮੀ ਹੈ, ਆਪਾਂ ਸਮਝਣ ਵਾਸਤੇ ਮਾੜਾ ਜਿਹਾ ਇੱਥੇ ਬਚਨ ਸਰਵਣ ਕਰਾਂਗੇ। ਭਾਈ ਮੰਝ ਨੇ ਆਖਿਆ ਮਹਾਰਾਜ ਪਹਿਲੀ ਛੱਡੀ ਤੇ ਤੁਹਾਡੇ ਵੱਲੇ ਆ ਗਿਆ। ਘਰ ਦੇ ਵਿੱਚ ਪੀਰ ਦੀ ਜਗ੍ਹਾ ਬਣੀ ਹੈ, ਜਗ੍ਹਾ ਮਟਾ ਦਿੱਤੀ, ਢਵਾ ਦਿੱਤੀ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਖ ਬਣ ਗਿਆ। ਸਿੱਖ ਬਣਨ ਤੋਂ ਮਗਰੋਂ ਹੁਣ ਗੁਰਮੁਖੋ ਮਹਾਰਾਜ ਪਰਖ ਵੀ ਤੇ ਕਰਨਗੇ ਨਾ ਵੀ ਕਿੰਨਾ ਕੁ ਕੱਚਾ ਹੈ ਤੇ ਕਿੰਨਾ ਕੁ ਪੱਕਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ।
ਘਰ ਦੇ ਵਿੱਚ ਘਾਟਾ ਪੈ ਗਿਆ, ਫਸਲ ਵਿੱਚ ਘਾਟਾ ਪੈ ਗਿਆ, ਲਵੇਰੀਆਂ ਦੁੱਧ ਵਿੱਚ ਘਾਟਾ ਪੈ ਗਿਆ। ਤੇ ਕਈਆਂ ਨੇ ਆ ਕੇ ਮੱਤ ਦਿੱਤੀ, ਕਹਿਣ ਲੱਗੇ ਭਾਈ ਮੰਝ ਉਸ ਪੀਰ ਦੀ ਜਗ੍ਹਾ ਤੇ ਜਾ ਕੇ ਸਿਰ ਨਵਾ ਦੇ। ਹੁਣ ਤੂੰ ਗੁਰੂ ਅਰਜਨ ਦੇਵ ਦਾ ਸਿੱਖ ਤੇ ਬਣ ਹੀ ਗਿਆ, ਉਧਰ ਵੀ ਸਿੱਖ ਬਣਿਆ ਰਹੋ, ਆਪਣਾ ਕੀ ਜਾਂਦਾ, ਸਿਰ ਹੀ ਝੁਕਾਉਣਾ, ਝੁਕਾ ਦੇ ਇੱਕ ਵਾਰੀ, ਤੇਰਾ ਨੁਕਸਾਨ ਨਹੀਂ ਹੋਵੇ। ਤੇ ਭਾਈ ਮੰਝ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਵੀ ਅਜੇ ਤੇ ਮੇਰੀਆਂ ਮੱਝਾਂ ਦਾ ਨੁਕਸਾਨ ਹੋਇਆ ਹੈ, ਮੇਰੇ ਤੇ ਫਸਲ ਦਾ ਨੁਕਸਾਨ ਹੋਇਆ ਹੈ, ਮੇਰੀ ਭਾਵੇਂ ਜਾਨ ਵੀ ਚਲੇ ਜਾਵੇ, ਇਹ ਸਿਰ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਬਿਨਾਂ ਕਿਸੇ ਅੱਗੇ ਝੁਕੇਗਾ ਨਹੀਂ। ਸਤਿ ਸ੍ਰੀ ਅਕਾਲ। ਮੇਰਾ ਸਿਰ ਝੁਕੇਗਾ ਤੇ ਕੇਵਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੱਗੇ ਝੁਕੇਗਾ, ਉਹਦੇ ਬਿਨਾਂ ਝੁਕ ਨਹੀਂ ਸਕਦਾ। ਤੇ ਗੁਰਮੁਖੋ ਫਿਰ ਉਹਨੂੰ ਮਹਾਰਾਜ ਨੇ ਇਹ ਵਰ ਦਿੱਤਾ ਸੀ, ਮੰਝ ਗੁਰੂ ਕਾ ਬੋਇਥਾ ਜਗ ਲੰਘਣ ਹਾਰਾ। ਬੋਇਥਾ ਨਾਮ ਜਹਾਜ਼ ਦਾ, ਜਿਵੇਂ ਆਪਾਂ ਜਹਾਜ਼ ਵਿੱਚ ਚੜ੍ਹ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਚਲੇ ਜਾਈਦਾ, ਇਹ ਸਾਡਾ ਸਿੱਖ ਜਹਾਜ਼ ਬਣ ਗਿਆ, ਜਿਹੜਾ ਇਹਦੀ ਸੰਗਤ ਕਰੇਗਾ ਉਹ ਸੰਸਾਰ ਤੋਂ ਪਾਰ ਹੋ ਜਾਏ। ਪਰ ਉਹ ਵਰ ਤਾਂ ਮਿਲਿਆ ਵੀ ਉਹਨੇ ਆਖਿਆ ਵੀ ਸਿਰ ਲੈ ਤੇ ਸਕਦਾ, ਪਰ ਗੁਰੂ ਬਿਨਾਂ ਝੁਕ ਨਹੀਂ ਸਕਦਾ। ਇਹਨੂੰ ਕਿਹਾ ਜਾਂਦਾ ਸਿੱਧਕੀ ਸਿੱਖ। ਗੁਰਮੁਖੋ ਸਾਨੂੰ ਥੋੜਾ ਜਿਹਾ ਕਿਤੇ ਘਾਟਾ ਪੈ ਜਾਵੇ ਨਾ, ਕਿਤੇ ਕੋਈ ਨਿੱਕੀ ਮੋਟੀ ਬਿਪਤਾ, ਕੋਈ ਦੁੱਖ ਆ ਜਾਵੇ, ਕੋਈ ਮਾੜਾ ਸੁਨੇਹਾ ਕਿਸੇ ਬੰਨਿਓ ਆ ਜਾਵੇ, ਅਸੀਂ ਦੌੜ ਭੱਜ ਕਰਦੇ ਹਾਂ, ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ। ਪਰ ਗੁਰੂ ਦਾ ਸਿੱਖ ਹੋਇਆ ਜਿਹੜਾ ਗੁਰੂ ਦਾ ਪੱਲਾ ਨਾ ਛੱਡੇ, ਗੁਰੂ ਦਾ ਲੜ ਨਾ ਛੱਡੇ, ਭਾਵੇਂ ਮੁਸੀਬਤ ਕੈਸੀ ਵੀ ਬਣ ਜਾਵੇ, ਭਾਵੇਂ ਸੰਕਟ ਕਿਹੋ ਜਿਹਾ ਵੀ ਬਣ ਜਾਵੇ, ਉਹਨੂੰ ਕਿਹਾ ਜਾਂਦਾ ਸਿੱਧਕੀ ਸਿੱਖ। ਮਹਾਰਾਜ ਕਹਿਣ ਲੱਗੇ ਜਿਹੜਾ ਸਿੱਖ ਹੈ ਉਹ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਮੰਨੇ ਹੀ ਨਾ, ਉਹਨੂੰ ਸਿੱਖ ਆਖਿਆ ਜਾਂਦਾ ਹੈ। ਜੀਵਨ ਮਰਨ ਵੇਖੈ ਗੁਰ ਸਰਣੀ। ਜਿਉਣ ਤੋਂ ਲੈ ਕੇ ਤੇ ਮਰਨ ਤੱਕ, ਜਦੋਂ ਤੋਂ ਸੋਝੀ ਆਈ ਨਾ ਸਰੀਰ ਦੀ, ਉਦੋਂ ਤੋਂ ਲੈ ਕੇ ਜਿੰਨਾ ਚਿਰ ਸਰੀਰ ਛੁੱਟਦਾ ਨਹੀਂ, ਉਹਨਾਂ ਚਿਰ ਗੁਰੂ ਦੀ ਸ਼ਰਨ ਵਿੱਚ ਹੀ ਰਵੇ। ਜਿਵੇਂ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਰਹੇ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਲ ਮਿਲਾਪ ਹੋਇਆ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਉਹਨਾਂ ਦਾ ਹੱਥੀਂ ਸੰਸਕਾਰ ਕੀਤਾ। ਜਿਉਣ ਤੋਂ ਲੈ ਕੇ ਮਰਨ ਤੱਕ ਗੁਰੂ ਦੀ ਸ਼ਰਨ ਵਿੱਚ ਰਵੇ, ਗੁਰੂ ਦੀ ਆਗਿਆ ਵਿੱਚ ਰਵੇ। ਬਾਬਾ ਬੁੱਢਾ ਸਾਹਿਬ ਜੀ ਇਹਨਾਂ ਗੁਰੂ ਸਾਹਿਬਾਨਾਂ ਦੇ ਹੁਕਮ ਦੇ ਵਿੱਚ ਰਹੇ, ਕਦੇ ਡੋਲੇ ਨਹੀਂ, ਕਦੇ ਮੁੜੇ ਨਹੀਂ, ਕਦੇ ਫਿਰੇ ਨਹੀਂ, ਪੂਰੀ ਸ਼ਰਧਾ ਰੱਖੀ ਤੇ ਬਚਨ ਮੰਨਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਉਣ ਤੋਂ ਲੈ ਕੇ ਮਰਨ ਤੱਕ ਗੁਰੂ ਦੀ ਸ਼ਰਨ ਨਾ ਛੱਡੇ। ਕਈ ਵਾਰੀ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੇ, ਦੇਸ਼ ਵਿਦੇਸ਼ ਚਲੇ ਜਾਂਦੇ, ਸਾਨੂੰ ਕਿਸੇ ਨੇ ਗੱਲਾਂ ਦੋ ਚਾਰ ਕਹਿ ਦਿੱਤੀਆਂ, ਸੁਣਾ ਦਿੱਤੀਆਂ, ਅਸੀਂ ਛੱਡਿਆ ਇਹ ਪਾਸਾ, ਦੂਜਾ ਪਾਸਾ ਪਕੜ ਲਿਆ। ਦੁਨੀਆ ਕੁਝ ਮਰਜ਼ੀ ਕਹਿ ਦੇਵੇ, ਪਰ ਗੁਰੂ ਨੂੰ ਕਦੇ ਨਾ ਛੱਡੇ, ਗੁਰੂ ਦਾ ਲੜ ਨਾ ਛੱਡੇ। ਭਲਾ ਉਹਦੇ ਵਿੱਚ ਹੀ ਹੈ, ਉਹਦਾ ਤਰਨਾ ਦੁਨੀਆ ਤੋਂ, ਉਹਦਾ ਸਫਲਾ ਹੋ ਜਾਂਦਾ ਹੈ। ਅਜਹ ਨ ਜਿਮ ਪ੍ਰਵਾਹਿ ਮ ਤਰਣੀ। ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਵੀ ਬੰਦਾ ਬੇੜੀ ਵਿੱਚ ਬੈਠਾ ਹੈ ਨਾ, ਤੇ ਬੇੜੀ ਵਿੱਚ ਬੈਠਿਆ ਮੰਨ ਲਓ ਵੀ ਕਿਤੇ ਬੇੜੀ ਹਿੱਲਣ ਲੱਗ ਪਵੇ, ਡੋਲਣ ਲੱਗ ਪਵੇ ਪਾਣੀ ਵਿੱਚ, ਜਾਂ ਪਾਣੀ ਵਿੱਚ ਕੋਈ ਘੁੰਮਣ ਘੇਰੀ ਆ ਜਾਵੇ, ਜਾਂ ਸਮੁੰਦਰ ਵਿੱਚ ਕੋਈ ਤੂਫਾਨ ਆ ਜਾਵੇ, ਤੇ ਜਿਹੜਾ ਸਿਆਣਾ ਬੰਦਾ ਨਾ ਬੇੜੀ ਨਹੀਂ ਛੱਡਦਾ, ਉਹਦੇ ਵਿੱਚ ਹੀ ਬੈਠਾ ਰਹਿੰਦਾ ਵੀ ਹੋ ਸਕਦਾ ਇਹਦੇ ਨਾਲ ਤੇ ਮੈਂ ਕਿਤੇ ਪਤਨ ਤੇ ਲੱਗ ਜਾਵਾਂਗਾ। ਪਰ ਜੇ ਬੇੜੀ ਤੋਂ ਥੱਲੇ ਛਾਲ ਮਾਰ ਦਿੱਤੀ ਫਿਰ ਤੇ ਪੱਕਾ ਮਰਨਾ ਹੀ ਮਰਨਾ, ਫਿਰ ਤੇ ਬਚਾ ਹੀ ਨਹੀਂ ਹੋ ਸਕਦਾ, ਕਿਉਂਕਿ ਪਾਣੀ ਵਿੱਚ ਜ਼ਹਿਰੀਲਾ ਜਾਨਵਰ ਜਾਂ ਵੱਡਾ ਜਾਨਵਰ ਕੋਈ ਖਾਣ ਵਾਲਾ ਹੋ ਸਕਦਾ। ਬੇੜੀ ਤੇ ਫਿਰ ਵੀ ਬਚਾਉਂਦੀ ਪਈ ਹੈ, ਹੋ ਸਕਦਾ ਵੀ ਇਹ ਕਦੇ ਇੱਧਰ ਉੱਧਰ ਡੋਲਦਿਆਂ ਕਿਨਾਰੇ ਲੱਗ ਹੀ ਜਾਵੇ। ਬੇੜੀ ਕਿਨਾਰੇ ਲੱਗੇਗੀ, ਮੈਂ ਵਿੱਚ ਬੈਠਾ ਰਵਾਂਗਾ, ਵੀ ਕਿਨਾਰੇ ਲੱਗ ਜਾਵਾਂਗਾ। ਪਰ ਜੇ ਬੇੜੀ ਮਾੜੀ ਜੀ ਡਾਵਾਂ ਡੋਲ ਹੋਈ ਹੈ, ਬੰਦਾ ਛਾਲ ਹੀ ਮਾਰ ਦੇਵੇ ਵੀ ਬੇੜੀ ਡੁੱਬਣ ਲੱਗੀ ਹੈ, ਮੈਂ ਛਾਲ ਮਾਰ ਦੇਵਾਂ, ਬੇੜੀ ਨਾਲੋਂ ਪਹਿਲਾਂ ਤੂੰ ਡੁੱਬ ਜਾਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਜੀਵਨ ਦੀ ਬੇੜੀ ਜੇ ਮਾੜੀ ਮੋਟੀ ਡਾਵਾਂ ਡੋਲ ਹੋਣ ਵੀ ਲੱਗੇ ਨਾ, ਕੋਈ ਮਾੜਾ ਮੋਟਾ ਦੁੱਖ ਦਾ ਸੁਨੇਹਾ ਆ ਜਾਵੇ, ਕੋਈ ਸੰਕਟ ਪੈ ਜਾਵੇ, ਕੋਈ ਬਿਪਤਾ ਪੈ ਜਾਵੇ, ਕੋਈ ਦੁੱਖ ਦੀ ਘੜੀ ਆ ਜਾਵੇ, ਤੇ ਗੁਰੂ ਰੂਪੀ ਬੇੜੀ ਨੂੰ ਛੱਡਣਾ ਨਹੀਂ ਹੈ, ਗੁਰੂ ਰੂਪੀ ਆਸਰੇ ਨੂੰ ਛੱਡਣਾ ਨਹੀਂ, ਗੁਰੂ ਦੇ ਨਾਲ ਜੁੜੇ ਰਹਿਣਾ। ਜੇ ਗੁਰੂ ਨੇ ਇੱਕ ਦਰਵਾਜ਼ਾ ਬੰਦ ਕੀਤਾ ਤੇ ਦੂਜਾ ਖੁੱਲ ਜਾਏਗਾ, ਦੂਜਾ ਉਹ ਖੋਲ ਦੇਵੇਗਾ। ਪਰ ਜੇ ਗੁਰੂ ਵਾਲੀ ਪਿੱਠ ਕਰ ਲਈ, ਦਰਵਾਜ਼ਾ ਤੇ ਪਹਿਲਾਂ ਹੀ ਬੰਦ ਹੈ, ਫਿਰ ਜਾਵੇਂਗਾ ਕਿਹੜੇ ਪਾਸੇ। ਕਈ ਵਾਰੀ ਅਸੀਂ ਇਹ ਗੱਲ ਕਹਿ ਦਿੰਦੇ ਆ ਵੀ ਮੇਰੇ ਤੇ ਏਡਾ ਵੱਡਾ ਸੰਕਟ ਪੈ ਗਿਆ, ਹੁਣ ਮੈਂ ਗੁਰੂ ਕੋਲੋਂ ਕੀ ਲੈਣਾ।
ਹੁਣ ਮੈਂ ਗੁਰੂ ਨੂੰ ਕਿਉਂ ਮੰਨਾਂ, ਹੁਣ ਮੈਂ ਪਾਠ ਕਿਉਂ ਕਰਾਂ। ਕੋਈ ਸੰਕਟ ਪੈ ਗਿਆ ਹੈ, ਬਿਪਤਾ ਪੈ ਗਈ, ਦੁੱਖ ਪੈ ਗਿਆ, ਉਹ ਤੇਰੇ ਕਰਮਾਂ ਦਾ ਹੈ, ਤੇਰਾ ਕਰਮ ਹੀ ਇਸ ਤਰ੍ਹਾਂ ਦਾ ਲਿਖਿਆ ਪੈ ਗਿਆ। ਪਰ ਗੁਰੂ ਉਸ ਕਰਮ ਨੂੰ ਕੱਟ ਸਕਦਾ ਹੈ ਜੇ ਗੁਰੂ ਦੀ ਸ਼ਰਨ ਵਿੱਚ ਬਣਿਆ ਰਵੇਗਾ। ਸਤਿਗੁਰ ਸਿੱਖ ਹੈ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ। ਇਹ ਮਹਾਰਾਜ ਦੇ ਬਚਨ ਨੇ। ਮਹਾਰਾਜ ਆਉਣ ਵਾਲੇ ਸਮੇਂ ਵਿੱਚ ਦੁੱਖ ਦਾ ਬੰਧਨ ਵੀ ਕੱਟਣ ਦੀ ਸਮਰੱਥਾ ਰੱਖਦੇ, ਪਰ ਕੱਟਿਆ ਉਹਨਾਂ ਦਾ ਜਿਹੜੇ ਸ਼ਰਨ ਵਿੱਚ ਆ ਕੇ ਪਏ, ਉਹਨਾਂ ਦਾ ਭਲਾ ਹੋ ਜਾਂਦਾ ਹੈ। ਸਿਰ ਜਾਣੇ ਲਗ ਸਦਾ ਨਿਵਾਹੈ। ਇਸ ਤਰ੍ਹਾਂ ਗੁਰਮੁਖੋ ਭਾਵੇਂ ਸਿਰ ਲੱਗ ਜਾਵੇ, ਸਿਰ ਭਾਵੇਂ ਕੁਰਬਾਨ ਕਰਨਾ ਪਵੇ, ਜਾਂ ਆਪਾਂ ਕਹਿ ਲਈਏ ਵੀ ਜੀਵਨ ਭਾਵੇਂ ਲੱਗ ਹੀ ਜਾਵੇ, ਦਾਤ ਵੀ ਅੱਗੇ ਮੌਤ ਹੀ ਖਲੋਤੀ ਹੈ, ਪਰ ਗੁਰੂ ਵੱਲ ਪਿੱਠ ਨਾ ਕਦੇ ਵੀ ਕਰੇ। ਭਾਈ ਤਾਰੂ ਸਿੰਘ ਨੂੰ ਆਖਿਆ ਨਾ ਖਾਨ ਬਹਾਦਰ ਜ਼ਕਰੀਆ ਖਾਨ ਨੇ, ਭਾਈ ਤਾਰੂ ਸਿੰਘ ਜੀ ਦੱਸੋ ਦੌਲਤ ਕਿੰਨੀ ਚਾਹੀਦੀ ਹੈ, ਨੌਕਰੀ ਕਿਹੜੀ ਚਾਹੀਦੀ ਹੈ, ਜਗੀਰ ਕਿੰਨੀ ਚਾਹੀਦੀ ਹੈ, ਜੋ ਮੂੰਹ ਮੰਗਦੇ ਮੈਂ ਦਿੰਦਾ, ਸਿੱਖੀ ਛੱਡ ਕੇ ਮੁਸਲਮ ਹੋ ਜਾਓ। ਤੇ ਭਾਈ ਤਾਰੂ ਸਿੰਘ ਨੇ 2-4 ਸਵਾਲ ਕੀਤੇ, ਕਹਿਣ ਲੱਗੇ ਵੀ ਮੁਸਲਮਾਨ ਜਾਂ ਮੈਂ ਸਿੱਖ ਹਾਂ। ਸਿੱਖ ਤੇ ਬੁੱਢਾ ਹੁੰਦਾ, ਕਿ ਮੁਸਲਮਾਨ ਵੀ ਬੁੱਢਾ ਹੁੰਦਾ। ਜ਼ਕਰੀਆ ਖਾਨ ਨੇ ਕਿਹਾ ਵੀ ਬੁਢੇਪਾ ਤੇ ਸਾਰਿਆਂ ਤੇ ਹੀ ਆਵੇਗਾ, ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਕੋਈ ਮੁਸਲਮਾਨ। ਭਾਈ ਤਾਰੂ ਸਿੰਘ ਦਾ ਦੂਜਾ ਬਚਨ ਇਹ ਆ ਵੀ ਮੈਂ ਸਿੱਖ ਹਾਂ, ਮੈਂ ਬਿਮਾਰ ਸ਼ੁਮਾਰ ਵੀ ਹੋ ਜਾਂਦਾ, ਕਿ ਮੁਸਲਮਾਨ ਬਿਮਾਰ ਨਹੀਂ ਹੁੰਦਾ, ਕੋਈ ਬਿਮਾਰੀ। ਜ਼ਕਰੀਆ ਖਾਨ ਕਹਿਣ ਲੱਗਾ ਵੀ ਬਿਮਾਰ ਤੇ ਮੁਸਲਮਾਨ ਵੀ ਹੁੰਦਾ। ਭਾਈ ਤਾਰੂ ਸਿੰਘ ਕਹਿਣ ਲੱਗੇ ਮੈਨੂੰ ਤੇ ਮੌਤ ਆਉਣੀ ਹੈ, ਅੱਜ ਨਹੀਂ ਤੇ ਕੱਲ, ਕਿ ਮੁਸਲਮਾਨ ਨੂੰ ਮੌਤ ਨਹੀਂ ਆਉਂਦੀ ਹੈ। ਜ਼ਕਰੀਆ ਖਾਨ ਨੇ ਫਿਰ ਆਖਿਆ ਵੀ ਤਾਰੂ ਸਿੰਘ ਜੀ ਮੌਤ ਤੇ ਸਾਰਿਆਂ ਨੂੰ ਬਰਾਬਰ ਹੀ ਹੈ, ਮੁਸਲਮਾਨ ਨੂੰ ਵੀ ਆਉਂਦੀ ਹੈ। ਤੇ ਫਿਰ ਭਾਈ ਤਾਰੂ ਸਿੰਘ ਨੇ ਜਵਾਬ ਦਿੱਤਾ ਜਦੋਂ ਬੁਢੇਪਾ ਵੀ ਸਾਰਿਆਂ ਤੇ ਆਉਣਾ ਹੈ, ਮੌਤ ਵੀ ਸਾਰਿਆਂ ਨੂੰ ਆਉਣੀ ਹੈ, ਬਿਮਾਰੀ ਵੀ ਸਾਰਿਆਂ ਨੂੰ ਲੱਗਦੀ ਹੈ, ਦੁੱਖ ਸਾਰਿਆਂ ਤੇ ਹੀ ਆਉਂਦਾ, ਫਿਰ ਮੈਂ ਆਪਣਾ ਧਰਮ ਛੱਡ ਕੇ ਤੇਰੇ ਧਰਮ ਵਿੱਚ ਕਿਉਂ ਜਾਵਾਂ। ਕੋਈ ਇਹ ਵਾਧਾ ਦੱਸ ਜਿਹੜਾ ਤੇਰੇ ਧਰਮ ਵਿੱਚ ਵਾਧਾ ਹੋਵੇ ਤੇ ਮੇਰੇ ਧਰਮ ਵਿੱਚ ਨਾ ਹੋਵੇ, ਤੇ ਫਿਰ ਤੇ ਮੈਂ ਮੰਨਾਂ। ਜਿਹੜੀ ਤੂੰ ਜਗੀਰ ਮੈਨੂੰ ਦੇਣੀ ਚਾਹੁੰਦਾ ਹੈ, ਮਾਇਆ ਦੇਣੀ ਚਾਹੁੰਦਾ, ਨੌਕਰੀ ਦੇਣੀ ਚਾਹੁੰਦਾ, ਉਹ ਤੇ ਸਾਰੀਆਂ ਇਸੇ ਦੁਨੀਆ ਵਿੱਚ ਇੱਥੇ ਰਹਿ ਜਾਣੀਆਂ, ਨਾਲ ਤੇ ਜਾਣਗੀਆਂ ਨਹੀਂ। ਫਿਰ ਮੈਂ ਆਪਣਾ ਧਰਮ ਛੱਡ ਕੇ ਤੇਰੇ ਧਰਮ ਵਿੱਚ ਕਿਉਂ ਆਵਾਂ। ਉਸ ਵੇਲੇ ਭਾਈ ਤਾਰੂ ਸਿੰਘ ਜੀਆਂ ਨੇ ਫਿਰ ਅਰਦਾਸ ਕੀਤੀ ਵੀ ਧੰਨ ਦਸਵੇਂ ਪਾਤਸ਼ਾਹ, ਮੈਂ ਇਹਨਾਂ ਲੋਕਾਂ ਦੇ ਸੰਗਲਾਂ ਦੇ ਵਿੱਚ ਬੱਧਾ ਹੋਇਆ ਹਾਂ, ਪਰ ਮੈਂ ਸਿੱਖੀ ਨੂੰ ਕੇਸਾਂ ਦੇ ਨਾਲ ਨਿਭਾਉਣਾ ਚਾਹੁੰਦਾ, ਫਿਰ ਤੇ ਕਿਰਪਾ ਕਰੋ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਫਿਰ ਐਸੀ ਬੇਨਤੀ ਪ੍ਰਵਾਨ ਕੀਤੀ। ਸਮੇਂ ਦਾ ਹਾਕਮ ਜ਼ੋਰ ਲਾ ਕੇ ਥੱਕ ਗਿਆ, ਕਦੇ ਕੇਸ ਕਟਾਉਣੇ ਚਾਹੁੰਦਾ, ਕਦੇ ਖੋਪਰੀ ਲਵਾਉਣੀ ਚਾਹੁੰਦਾ, ਕਦੇ ਕੁਝ ਕਰਨਾ ਚਾਹੁੰਦਾ, ਪਰ ਸਿੱਖ ਨੂੰ ਸਿੱਖੀ ਤੋਂ ਡੁਲਾ ਨਹੀਂ ਸਕਿਆ। ਕੇਸਾਂ ਦੇ ਨਾਲ ਸਿੱਖੀ ਭਾਈ ਤਾਰੂ ਸਿੰਘ ਨੇ ਨਿਭਾਈ। ਉਹ ਬਚਨ ਇੱਥੇ ਆ ਗਿਆ। ਮਹਾਰਾਜ ਕਹਿਣ ਲੱਗੇ ਵੀ ਤੇਰੇ ਤੇ ਬਿਪਤਾ ਕਿੱਡੀ ਵੱਡੀ ਵੀ ਪੈ ਜਾਵੇ, ਕਿਸੇ ਵੇਲੇ ਮੰਨ ਲਓ ਸਰੀਰ ਛੱਡਣਾ ਪਵੇ, ਪਰ ਤੇਰੇ ਮਨ ਵਿੱਚ ਉਦੋਂ ਇਹ ਨਾ ਆਵੇ ਵੀ ਮੈਂ ਧਰਮ ਛੱਡ ਦੇਵਾਂ, ਮੈਂ ਗੁਰੂ ਛੱਡ ਦੇਵਾਂ ਤੇ ਜੀਵਨ ਬਚਾ ਲਵਾਂ। ਨਹੀਂ, ਜੀਵਨ ਅੱਜ ਨਹੀਂ ਤੇ ਕੱਲ ਮੁੱਕਣਾ ਹੀ ਹੈ, ਪਰ ਗੁਰੂ ਨੂੰ ਕਦੇ ਨਹੀਂ ਛੱਡਣਾ, ਕਿਉਂਕਿ ਗੁਰੂ ਲੋਕ ਪਰਲੋਕ ਦਾ ਰੱਖਿਅਕ ਹੈ, ਲੋਕ ਪਰਲੋਕ ਵਿੱਚ ਬਚਾਉਣ ਵਾਲਾ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਐਸਾ ਗੁਰੂ ਹੈ। ਮਹਾਰਾਜ ਕਹਿਣ ਲੱਗੇ ਇਹ ਹੈ ਚੌਥੀ ਸਿੱਖੀ, ਜਿਹਨੂੰ ਕਿਹਾ ਜਾਂਦਾ ਹੈ ਇਹ ਸਿੱਖੀ ਜਿਹੜੀ ਹੈ ਸਿਦਕ ਦੀ ਸਿੱਖੀ ਹੈ। ਜਿੰਨਾ ਚਿਰ ਸਰੀਰ ਵਿੱਚ ਜਾਨ ਹੈ ਉਹਨਾਂ ਚਿਰ ਸਿੱਖੀ ਨੂੰ ਨਿਭਾਉਣਾ ਕਰੇ। ਤਨ ਮਿਥਿਆ ਲੱਖ ਕਰ ਜਗ ਮਾਹੈ। ਗੁਰਮੁਖੋ ਇਹ ਜਿਹੜਾ ਸਰੀਰ ਹੈ ਨਾ ਆਪਾਂ ਨੂੰ ਮਿਲਿਆ ਹੋਇਆ, ਇਹ ਸਰੀਰ ਮਿਥਿਆ ਹੈ। ਮਿਥਿਆ ਸ਼ਬਦ ਜੇ ਸਮਝਣਾ ਨਾ ਬੜਾ ਸੌਖਾ ਜਿਹਾ ਇੱਕ ਤਰੀਕਾ ਹੈ ਸਮਝਣ ਵਾਸਤੇ। ਮਿਥਿਆ ਵਸਤੂ ਉਹਨੂੰ ਕਿਹਾ ਜਾਂਦਾ ਹੈ ਜਿਹੜੀ ਪਹਿਲਾਂ ਨਾ ਹੋਵੇ ਤੇ ਬਾਅਦ ਵਿੱਚ ਵੀ ਨਾ ਹੋਵੇ। ਜਦੋਂ ਸਾਡਾ ਜਨਮ ਨਹੀਂ ਸੀ ਹੋਇਆ ਉਦੋਂ ਸਾਡਾ ਇਹ ਸਰੀਰ ਨਹੀਂ ਸੀ, ਹੁਣ ਸਾਡਾ ਸਰੀਰ ਹੈ। ਮਰਨ ਤੋਂ ਮਗਰੋਂ ਵੀ ਇਹ ਸਰੀਰ ਨਹੀਂ ਹੋਵੇਗਾ, ਤਾਂ ਇਹ ਸਰੀਰ ਨੂੰ ਮਿਥਿਆ ਆਖਿਆ। ਜਿਹੜੀ ਚੀਜ਼ ਪਹਿਲਾਂ ਵੀ ਨਾ ਹੋਵੇ, ਜਿਹੜੀ ਬਾਅਦ ਵਿੱਚ ਵੀ ਨਾ ਹੋਵੇ, ਮੱਧ ਕਾਲ ਦੇ ਸਮੇਂ ਦੇ ਵਿੱਚ ਹੋਵੇ, ਉਹਨੂੰ ਮਿਥਿਆ ਆਖਿਆ। ਇਹ ਸਾਡਾ ਸਰੀਰ ਜਨਮ ਤੋਂ ਪਹਿਲਾਂ ਨਹੀਂ ਸੀ ਸਾਡੇ ਕੋਲ, ਮਰਨ ਤੋਂ ਬਾਅਦ ਵਿੱਚ ਵੀ ਨਹੀਂ ਹੋਵੇਗਾ, ਤਾਂ ਮਹਾਰਾਜ ਨੇ ਆਖਿਆ ਮਿਥਿਆ ਤਨ ਧਨ ਕੁਟੰਬ ਸੁਭਾਇਆ।
ਮਿਥਿਆ ਤਨ, ਤਨ ਸਰੀਰ, ਧਨ ਮਾਇਆ, ਕੁਟੰਬ ਪਰਿਵਾਰ। ਪਰਿਵਾਰ ਵੀ ਤੇ ਜੇ ਸਾਨੂੰ ਸਰੀਰ ਮਿਲਿਆ ਤੇ ਪਰਿਵਾਰ ਤਾਂ ਹੀ ਮਿਲਿਆ ਨਾ, ਜੇ ਸਰੀਰ ਨਾ ਮਿਲੇ ਤੇ ਪਰਿਵਾਰ ਸਾਡਾ ਕਿੱਥੋਂ ਹੈ। ਜਿੱਥੇ ਅਸੀਂ ਜਨਮ ਲਵਾਂਗੇ ਉਹ ਮਾਤਾ ਪਿਤਾ ਬਣ ਜਾਣਗੇ, ਭੈਣਾਂ ਭਰਾ ਬਣ ਜਾਣਗੇ, ਪਰਿਵਾਰ ਬਣ ਗਿਆ। ਤੇ ਜਨਮ ਹੀ ਨਾ ਮਿਲਿਆ ਤੇ ਰਿਸ਼ਤੇਦਾਰ ਨਹੀਂ ਮਿਲਣੇ, ਪਰਿਵਾਰ ਨਹੀਂ ਮਿਲਣਾ, ਫਿਰ ਪਰਿਵਾਰ ਬਣੇਗਾ ਕਿਵੇਂ। ਪਰਿਵਾਰ ਵੀ ਤਾਂ ਹੀ ਬਣਿਆ ਜੇ ਜਨਮ ਮਿਲਿਆ, ਤੇ ਧਨ ਵੀ ਤਾਂ ਮਿਲਿਆ ਜੇ ਜਨਮ ਮਿਲਿਆ। ਜਦੋਂ ਜਨਮ ਹੀ ਨਾ ਰਿਹਾ, ਨਾ ਧਨ ਰਹਿਣਾ, ਨਾ ਪਰਿਵਾਰ ਰਹਿਣਾ, ਇਸ ਕਰਕੇ ਪਰਿਵਾਰ ਵੀ ਮਿਥਿਆ, ਧਨ ਵੀ ਮਿਥਿਆ ਤੇ ਤਨ ਸਰੀਰ ਵੀ ਮਿਥਿਆ। ਤਾਂ ਮਹਾਰਾਜ ਨੇ ਆਖਿਆ ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਇਹ ਮਹਾਰਾਜ ਦੇ ਬਚਨ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਿਥਿਆ ਲਾਗਰ ਜਗ ਮਾਹੇ। ਇਹ ਜਿਹੜਾ ਤਨ ਹੈ ਨਾ ਤੇਰਾ ਸਰੀਰ, ਇਹ ਗੁਰਮੁਖਾ ਮਿਥਿਆ। ਮਿਥਿਆ ਕਹੀਏ ਨਾਸਵੰਤ, ਮਿਥਿਆ ਨੂੰ ਕਿਹਾ ਜਾਂਦਾ ਝੂਠਾ। ਇਹ ਝੂਠਾ ਸਰੀਰ ਹੈ, ਪਤਾ ਨਹੀਂ ਕਦੋਂ ਤੇਰਾ ਇਸ ਸਰੀਰ ਨੇ ਸਾਥ ਛੱਡ ਜਾਣਾ, ਕਦੋਂ ਦੁਨੀਆ ਵਿੱਚ ਰਹਿ ਜਾਣਾ। ਇਸ ਤਰ੍ਹਾਂ ਆਪਣੇ ਮਨ ਵਿੱਚ ਜਾਣਨਾ ਕਰੇ। ਸਿੱਖੀ ਸੱਚ ਪ੍ਰਾਪਤ ਕੀ ਕਰਤਾ। ਪਰ ਗੁਰਮੁਖੋ ਸਿੱਖੀ ਜਿਹੜੀ ਹੈ ਨਾ, ਉਹ ਸੱਚ ਦੀ ਪ੍ਰਾਪਤ ਕਰੇ, ਸੱਚ ਨੂੰ ਪ੍ਰਾਪਤ ਕਰੇ। ਸਿੱਖ ਦਾ ਭਾਵ ਇਹ ਹੈ, ਸਿੱਖ ਤੋਂ ਭਾਵ ਹੈ ਸਿੱਖਿਆ ਲੈਣ ਵਾਲਾ, ਜਿਹੜਾ ਰੋਜ਼ ਸਿੱਖਿਆ ਲੈਂਦਾ, ਰੋਜ਼ ਗਿਆਨ ਲੈਂਦਾ ਗੁਰੂ ਦਾ। ਮਹਾਰਾਜ ਕਹਿਣ ਲੱਗੇ ਸਿੱਖੀ ਸੱਚ, ਸਿੱਖੀ ਮਿਲੀ ਹੈ ਸੱਚ ਦੀ ਪ੍ਰਾਪਤੀ ਵਾਸਤੇ। ਤੇ ਸੱਚ ਕੀ ਹੈ? ਆਦ ਸੱਚ ਜੁਗਾਦ ਸੱਚ। ਰੱਬ ਹੀ ਸੱਚ ਹੈ, ਪਰਮਾਤਮਾ ਹੀ ਸੱਚ ਹੈ, ਉਹਦੇ ਬਿਨਾ ਕੋਈ ਸੱਚ ਨਹੀਂ ਹੈ। ਇਸ ਜਨਮ ਦੇ ਵਿੱਚ ਸਿੱਖੀ ਨੂੰ ਪਾ ਕੇ ਸੱਚ ਦੀ ਪ੍ਰਾਪਤੀ ਕਰੇ। ਭਾਵ ਇਹ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕਰੇ, ਉਸ ਨੂੰ ਸਿੱਧਕੀ ਆਖਿਆ ਜਾਂਦਾ ਹੈ। ਪ੍ਰਾਨਨ ਬਿਨਸਨ ਲਗ ਧਰਤਾ। ਤੇ ਗੁਰਮੁਖੋ ਜਿੰਨਾ ਚਿਰ ਸਰੀਰ ਵਿੱਚੋਂ ਜਾਨ ਨਿਕਲ ਨਾ ਜਾਵੇ, ਉਹਨਾਂ ਚਿਰ ਭਰੋਸਾ ਰੱਖੇ ਗੁਰੂ ਦੇ ਉੱਪਰ। ਸਾਡੇ ਤੇ ਪੈਰ ਵਿੱਚ ਕੰਡਾ ਵੱਜ ਜਾਵੇ ਤੇ ਅਸੀਂ ਡੋਲ ਜਾਂਦੇ ਹਾਂ, ਸੱਜੇ ਖੱਬੇ ਵੇਖੀਦਾ, ਫਿਰ ਦੁਨੀਆ ਨੂੰ ਮਿਹਣਾ ਤਾਨਾ ਦੇਈਦਾ, ਫਲਾਣੇ ਨੇ ਮੈਨੂੰ ਦੁੱਖ ਦਿੱਤਾ, ਮੇਰੇ ਤਨ ਤੇ ਦੁੱਖ ਆਇਆ, ਉਹ ਦੁੱਖ ਮੇਰੇ ਕਰਮ ਦਾ ਆਇਆ, ਪਰ ਮੈਂ ਦੂਜੇ ਵੱਲ ਵੇਖਣਾ ਵੀ ਫਲਾਣੇ ਦੇ ਕਰਕੇ ਆ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਤੇਰਾ ਸਰੀਰ ਹੈ ਨਾ ਗੁਰਮੁਖਾ, ਜਿੰਨਾ ਚਿਰ ਪ੍ਰਾਣ ਬਿਨਸ ਨਹੀਂ ਜਾਂਦੇ, ਸਰੀਰ ਨਾਸ ਨਹੀਂ ਹੋ ਜਾਂਦਾ, ਉਹਨਾਂ ਚਿਰ ਗੁਰੂ ਦੇ ਸਿਦਕ ਨੂੰ ਰੱਖੇ, ਸਿਦਕ ਤੋਂ ਡੋਲੇ ਨਾ। ਇਹ ਹੈ ਉਹ ਸਿੱਖ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਦਿੱਲੀ ਵਿੱਚ ਕੈਦ ਕੀਤਾ ਗਿਆ। ਮਹਾਰਾਜ ਨੇ 5 ਸਿੱਖਾਂ ਨੂੰ ਕੋਲ ਬੁਲਾਇਆ, ਕਹਿਣ ਲੱਗੇ ਭਾਈ ਤੁਸੀਂ ਪੰਜੇ ਦੇ ਪੰਜੇ ਜਾ ਸਕਦੇ ਹੋ, ਤੁਹਾਡੇ ਵਾਸਤੇ ਜੇਲ੍ਹ ਦੇ ਜੰਦਰੇ ਖੁੱਲ ਜਾਣਗੇ, ਸਿਪਾਹੀਆਂ ਨੂੰ ਪਤਾ ਨਹੀਂ ਲੱਗੇਗਾ ਔਰ ਤੁਹਾਡੀ ਕੋਈ ਵੀ ਬੰਦਾ ਪੈਰਵਾਈ ਨਹੀਂ ਕਰੇਗਾ। ਜਾਓ ਆਪੋ ਆਪਣੇ ਘਰਾਂ ਵਿੱਚ, ਪਰਿਵਾਰਾਂ ਵਿੱਚ ਆਪਣੀ ਜ਼ਿੰਦਗੀ ਜਿਹੜੀ ਹੈ ਉਹਨੂੰ ਮਾਣ ਲਓ। ਜਦੋਂ ਇਹ ਬਚਨ ਕੀਤਾ ਤੇ ਭਾਈ ਮਤੀ ਦਾਸ ਵਰਗਿਆਂ ਨੇ ਬੇਨਤੀ ਕੀਤੀ, ਮਹਾਰਾਜ ਜ਼ਿੰਦਗੀ ਤੇ ਤੁਹਾਡੇ ਨਾਲ ਹੀ ਹੈ, ਅਸੀਂ ਤੇ ਤੁਹਾਡੇ ਕੋਲ ਹੀ ਰਹਿਣਾ ਤੇ ਤੁਹਾਡੇ ਨਾਲ ਹੀ ਕੁਰਬਾਨ ਹੋਣਾ, ਤੁਹਾਡੇ ਬਿਨਾਂ ਜ਼ਿੰਦਗੀ ਜਿਉਂ ਕੇ ਕੀ ਕਰਨੀ ਹੈ, ਕੀ ਕਰਨਾ ਹੈ ਸਰੀਰ ਦਾ। ਤੇ ਗੁਰਮੁਖੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਸ਼ਹੀਦ ਕੀਤਾ ਗਿਆ, ਆਰੇ ਨਾਲ ਚੀਰ ਕੇ। ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ। ਮਹਾਰਾਜ ਨੇ ਆਖਿਆ ਜਾਣਾ ਚਾਹੁੰਦੇ ਹੋ ਤੇ ਚਲੇ ਜਾਓ, ਰਾਹ ਵੀ ਖੁੱਲ ਜਾਣਗੇ, ਰੋਕ ਨਹੀਂ ਸਕੇਗਾ ਕੋਈ ਵੀ। ਉਹ ਬਚਨ ਮਹਾਰਾਜ ਜੀਆਂ ਦਾ, ਪਰ ਉਹਨਾਂ ਨੇ ਆਖਿਆ ਨਹੀਂ ਮਹਾਰਾਜ ਤੁਹਾਡੇ ਬਿਨਾਂ ਜ਼ਿੰਦਗੀ ਵੀ ਕਿਹੜੇ ਕੰਮ ਦੀ ਹੈ। ਇੱਥੇ ਇਹ ਬਚਨ ਆ ਗਿਆ ਵੀ ਪ੍ਰਾਣ ਨਾਸ ਹੋਣ ਤੱਕ ਗੁਰੂ ਦਾ ਸਾਥ ਨਾ ਛੱਡੇ, ਗੁਰੂ ਦੇ ਨਾਲੋਂ ਦੂਰ ਨਾ ਜਾਵੇ, ਇੰਨਾ ਚਿਰ ਸਿੱਖੀ ਨਿਭਾਉਣਾ ਕਰੇ। ਕਹਿ ਦੇਈਦਾ ਆਪਾਂ ਵੀ ਮੈਂ ਸਿੱਧਕੀ ਸਿੱਖ ਹਾਂ। ਸਿੱਧਕੀ ਸਿੱਖ ਦੀ ਪਰਿਭਾਸ਼ਾ ਇਹ ਹੈ ਵੀ ਗੁਰੂ ਵਾਸਤੇ ਜੇ ਜਾਨ ਵੀ ਦੇਣੀ ਪਵੇ ਤੇ ਪੈਰ ਪਿੱਛੇ ਨੂੰ ਨਾ ਆਵੇ, ਅੱਗੇ ਨੂੰ ਜਾਵੇ। ਸਿੱਧਕੀ ਸਿੱਖ ਉਹਨੂੰ ਕਿਹਾ ਜਾਂਦਾ। ਆਪਾਂ ਸਿੱਧਕੀ ਸਿੱਖ ਕਹਿ ਸਕਦੇ ਹਾਂ ਜਿਹੜੇ ਮਹਾਰਾਜ ਦੇ 5 ਪਿਆਰੇ ਸਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਸਾਡੀ ਤਲਵਾਰ ਵਾਸਤੇ ਇੱਕ ਸਿਰ ਦੀ ਲੋੜ ਹੈ। ਭਾਵੇਂ ਅੱਜ ਆਪਾਂ ਇਹ ਬਚਨ ਸੁਣਦੇ ਹਾਂ ਵੀ ਮਹਾਰਾਜ ਨੇ ਪਰਖੀ ਕੀਤੀ ਸੀ, ਪਰ ਜਦੋਂ ਉਹ 5 ਜਾਣੇ ਉੱਠ ਕੇ ਤੁਰੇ ਹੋਣਗੇ ਉਹਨਾਂ ਨੂੰ ਤੇ ਨਹੀਂ ਨਾ ਪਤਾ ਵੀ ਪਰਖ ਹੋਣੀ ਹੈ। ਉਹ ਤੇ ਮੌਤ ਕਬੂਲ ਕਰਕੇ ਗਿਆ ਵੀ ਮਰਨਾ ਹੀ ਹੈ, ਸਾਹਮਣੇ ਤਲਵਾਰ ਚੱਲੇਗੀ ਧੌਣ ਵੱਢੀ ਜਾਣੀ ਹੈ। ਇਹ ਵੱਖਰੀ ਗੱਲ ਹੈ ਵੀ ਮਹਾਰਾਜ ਨੇ ਪਰਖ ਕੀਤੀ ਉਹਨਾਂ ਨੇ।
ਉਹਨਾਂ ਨੂੰ ਕਿਹਾ ਜਾਂਦਾ ਸਿੱਧਕੀ ਸਿੱਖ ਵੀ ਸਾਹਮਣੇ ਜੇ ਮੌਤ ਵੀ ਖਲੋਤੀ ਹੈ ਤੇ ਪਿੱਛੇ ਨੂੰ ਨਾ ਪੈਰ ਆਵੇ, ਗੁਰੂ ਦਾ ਹੁਕਮ ਜਾਣ ਕੇ ਅੱਗੇ ਨੂੰ ਵਧੇ, ਉਹਨੂੰ ਸਿੱਧਕੀ ਸਿੱਖ ਆਖਿਆ ਜਾਂਦਾ ਹੈ। ਪ੍ਰਾਣ ਜਾਣ ਤੱਕ ਸਿੱਖੀ ਨੂੰ ਨਿਭਾਉਣਾ ਕਰੇ। ਵਿਗਨ ਅਨੇਕ ਕਸ਼ਟ ਸਹਿ ਸਾਰੇ, ਗੁਰਮੁਖੋ ਅਨੇਕ ਤਰ੍ਹਾਂ ਦੇ ਵਿਗਨ ਪੈਂਦੇ ਜ਼ਿੰਦਗੀ ਦੇ ਵਿੱਚ, ਸੰਸਾਰ ਦੇ ਵਿੱਚ ਰਹਿੰਦਿਆਂ, ਪਰ ਉਹਨਾਂ ਵਿਗਨਾਂ ਦੇ ਵਿੱਚ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਜੇ ਵਿਗਨ ਪੈ ਵੀ ਗਿਆ ਨਾ, ਰੁਕਾਵਟ ਪੈ ਵੀ ਗਈ ਹੈ, ਤੇ ਡੋਲੇ ਨਾ, ਗੁਰੂ ਨੂੰ ਮਿਹਣਾ ਨਾ ਦੇਵੇ, ਗੁਰੂ ਦੇ ਉੱਤੇ ਸਵਾਲ ਨਾ ਕਰੇ ਮੈਂ ਸਿੱਖ ਹੋ ਗਿਆ, ਮੈਨੂੰ ਦੁੱਖ ਕਿਉਂ ਆਇਆ। ਨਹੀਂ, ਸੰਕਟ ਭਾਵੇਂ ਕਿੰਨੇ ਵੀ ਹੋਣ, ਜੇ ਸੁਖ ਦੇ ਤਾਂ ਤੁਝੈ ਰਾਧੀ, ਦੁੱਖ ਵੀ ਤੁਝੈ ਧਿਆਈ। ਪਰਮਾਤਮਾ ਜੇ ਸੁਖ ਮਿਲੇਗਾ ਤਾਂ ਵੀ ਤੇਰਾ ਸ਼ੁਕਰ ਹੈ, ਜੇ ਦੁੱਖ ਮਿਲੇਗਾ ਤਾਂ ਵੀ ਮੈਂ ਤੈਨੂੰ ਧਿਆਉਂਦਾ ਰਵਾਂਗਾ, ਛੱਡਾਂਗਾ ਨਹੀਂ। ਜੇ ਰਾਜ ਬਿਹਾਲੈ ਤੇ ਤੇਰੀ ਉਪਮਾ, ਜੇ ਮਾਰ ਕੱਢੈ ਵੀ ਧਿਆਈ। ਤਖਤ ਤੇ ਬਿਠਾ ਦੇਵੇਂਗਾ ਤਾਂ ਵੀ ਮੈਂ ਆਖਾਂਗਾ ਵੀ ਸ਼ੁਕਰੀਆ ਸਤਿਗੁਰੂ ਤੁਹਾਡਾ ਸ਼ੁਕਰ ਹੈ, ਤੇ ਜੇ ਕਿਸੇ ਸਮੇਂ ਤਖਤ ਤੋਂ ਲਾ ਕੇ ਧੱਕੇ ਵੀ ਵੱਜ ਗਏ ਤੇ ਤਾਂ ਵੀ ਮੈਂ ਸ਼ੁਕਰ ਹੀ ਮਨਾਵਾਂਗਾ। ਐਸਾ ਮੇਰਾ ਸਿਦਕ ਹੈ, ਐਸਾ ਮੇਰਾ ਭਰੋਸਾ ਹੈ। ਇਹਨੂੰ ਮਹਾਰਾਜ ਨੇ ਸਿਦਕੀ ਸਿੱਖ ਲਿਖਿਆ ਹੈ। ਮਹਾਰਾਜ ਕਹਿਣ ਲੱਗੇ ਕੰਮ ਕਰਦਿਆਂ ਵਿਘਨ ਪੈ ਜਾਂਦੇ, ਰੁਕਾਵਟਾਂ ਪੈ ਜਾਂਦੀਆਂ, ਦੁੱਖ ਆ ਜਾਂਦੇ, ਮੁਸੀਬਤਾਂ ਆ ਜਾਂਦੀਆਂ, ਪਰ ਉਹਨਾਂ ਮੁਸੀਬਤਾਂ ਵਿੱਚ ਵੀ ਗੁਰੂ ਵਾਲੇ ਪਾਸੇ ਤੋਂ ਪਿੱਛੇ ਨਾ ਮੁੜੇ, ਪਿੱਛੇ ਨਾ ਹਟੇ, ਉਹਨੂੰ ਸਿਦਕੀ ਸਿੱਖ ਆਖਿਆ ਜਾਂਦਾ ਹੈ। ਕਾਢੋ ਸਿਦਕ ਨਹੀਂ ਨਿਰਵਾਰੇ, ਗੁਰਮੁਖੋ ਸਿੱਖ ਜਿਹੜਾ ਹੈ ਨਾ, ਸਿਦਕ ਪੱਕਾ ਰੱਖੇ, ਬਿਲਕੁਲ ਸਿੱਖ ਸਿਦਕ ਇੰਨਾ ਪੱਕਾ ਰੱਖੇ, ਦੁਨੀਆ ਦੇ ਵਾਸਤੇ, ਦੁਨੀਆ ਦੇ ਲਈ ਜਾਂ ਗੁਰੂ ਵਾਸਤੇ ਕੁਝ ਵੀ ਛੱਡਣਾ ਪਵੇ ਤੇ ਉਹ ਮਨਜ਼ੂਰ ਹੈ, ਪਰ ਗੁਰੂ ਛੱਡਣਾ ਮਨਜ਼ੂਰ ਨਹੀਂ ਹੈ। ਇੰਨਾ ਸਿਦਕ ਆਪਣੇ ਕੋਲ ਰੱਖੇ, ਇੰਨਾ ਭਰੋਸਾ ਆਪਣੇ ਕੋਲ ਰੱਖੇ, ਐਸਾ ਭਰੋਸਾ ਰੱਖਣ ਵਾਲਾ ਸਿੱਖ ਹੈ। ਪਲ ਮੈਂ ਸਿਰ ਦੇ ਸਿਦਕ ਨਾ ਖੋਵੇ, ਜੇ ਮਹਾਰਾਜ ਕਿਤੇ ਕਹਿ ਦੇਣਾ ਵੀ ਆ ਭਾਈ ਸਿੱਖਾ ਤੇਰੇ ਸੀਸ ਦੀ ਲੋੜ ਹੈ, ਤੇ ਇੱਕ ਪਲ ਦੇ ਵਿੱਚ ਛਾਲ ਮਾਰ ਕੇ ਉੱਥੇ ਕੁਰਬਾਨ ਹੋਣ ਵਾਸਤੇ ਆ ਜਾਵੇ, ਪਿੱਛੇ ਨਾ ਹਟੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਆਖਿਆ ਉਸ ਵੇਲੇ, ਮਹਾਰਾਜ ਕੇਸਰੀ ਚੰਦ ਰਾਜਾ ਹਾਥੀ ਲੈ ਕੇ ਆ ਗਿਆ, ਹੁਣ ਆਪਣੇ ਕੋਲ ਤੇ ਹਾਥੀ ਹੈ ਨਹੀਂ, ਆਪਾਂ ਕਿਵੇਂ ਮੁਕਾਬਲਾ ਕਰਾਂਗੇ ਕਿ ਏਡੇ ਵੱਡੇ ਹਾਥੀ ਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਾਡੇ ਕੋਲ ਬਚਿੱਤਰ ਸਿੰਘ ਬੈਠਾ ਹੈ, ਇਹ ਮੁਕਾਬਲਾ ਕਰੇਗਾ। ਜਦੋਂ ਇਹ ਬਚਨ ਸੁਣਿਆ ਤੇ ਗੁਰੂ ਕਾ ਸਿੱਖ ਝਾਟੀ ਛਾਲ ਮਾਰ ਕੇ ਸਾਹਮਣੇ ਹਾਜ਼ਰ ਹੋਇਆ। ਕਾਰਾ ਜਿਹਾ ਤੇ ਛੋਟੇ ਜਿਹੇ ਕੱਦ ਦਾ ਸਰੀਰ ਹੈ, ਪਰ ਉਹਨੇ ਇਹ ਨਹੀਂ ਵੇਖਿਆ ਵੀ ਹਾਥੀ ਮੈਨੂੰ ਮਾਰ ਦੇਵੇਗਾ, ਮੈਂ ਮਰ ਜਾਵਾਂਗਾ। ਨਹੀਂ, ਇਹ ਮੇਰੇ ਗੁਰੂ ਦਾ ਹੁਕਮ ਹੈ, ਮੈਂ ਤੇ ਸੇਵਾ ਕਰਨੀ ਹੈ। ਮਹਾਰਾਜ ਨੇ ਥਾਪੜਾ ਦੇ ਕੇ ਤੋਰਿਆ। ਹਾਥੀ ਬਚਿੱਤਰ ਸਿੰਘ ਨੂੰ ਮਾਰਨ ਆਇਆ, ਪਰ ਬਚਿੱਤਰ ਸਿੰਘ ਨੇ ਹਾਥੀ ਮਾਰ ਦਿੱਤਾ। ਜੇ ਗੁਰੂ ਨੂੰ ਕਿਤੇ ਲੋੜ ਪੈ ਜਾਵੇ ਨਾ, ਤੇ ਲੋੜ ਪੈਣ ਤੇ ਗੁਰੂ ਦਾ ਸਿੱਖ ਪਿੱਛੇ ਨਾ ਹਟੇ, ਇੱਕ ਪਲ ਦੇ ਵਿੱਚ ਹੀ ਆਪਣਾ ਸਰੀਰ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਵੇ। ਗੁਰਮੁਖੋ ਗੁਰੂ ਵਾਸਤੇ ਤੇ ਕੀ ਕਿਤੇ ਭਲੇ ਵਾਸਤੇ ਵੀ ਦੇਣਾ ਹੋਵੇ ਸੀਸ, ਤੇ ਸਿੱਖ ਪਿੱਛੇ ਨਹੀਂ ਹਟਦਾ। ਮੁਲਤਾਨ ਦੀ ਜੰਗ ਲੱਗੀ ਹੈ, ਬਹੁਤ ਵੱਡਾ ਕਿਲਾ ਹੈ, ਮਹਾਰਾਜਾ ਰਣਜੀਤ ਸਿੰਘ ਵੱਡੀ ਫੌਜ ਲੈ ਕੇ ਕਿਲੇ ਦੇ ਬਾਹਰ ਬੈਠੇ ਹੋਏ, ਤੇ ਕਿਲੇ ਦੇ ਵਿੱਚ ਬੜੀ ਵੱਡੀ ਫੌਜ ਹੈ ਜਿਹੜੀ ਮੁਕਾਬਲਾ ਕਰਦੀ ਪਈ ਹੈ, ਤੇ ਸਿੱਖ ਫੌਜ ਦਾ ਬੜਾ ਨੁਕਸਾਨ ਹੋ ਰਿਹਾ। ਤੋਪਚੀ ਨੂੰ ਬੁਲਾਇਆ ਗਿਆ, ਤੋਪ ਦਾ ਗੋਲਾ ਦਾਗੋ, ਗੋਲਾ ਮਾਰ ਕੇ ਕੰਧ ਪਾੜੋ ਕਿਲੇ ਦੀ, ਤਾਂ ਕਿ ਵਿੱਚ ਜਾਇਆ ਜਾ ਸਕੇ। ਤੇ ਤੋਪਚੀ ਜਦੋਂ ਤੋਪ ਲੈ ਕੇ ਆਇਆ ਨਾ, ਗੁਰਮੁਖੋ ਇੱਕੋ ਹੀ ਗੋਲਾ ਚਲਾਇਆ, ਤੇ ਉਹ ਤੋਪ ਦਾ ਜਿਹੜਾ ਇੱਕ ਚੱਕਾ ਸੀ ਨਾ ਇੱਕ ਪਾਸੇ ਦਾ, ਉਹ ਟੁੱਟ ਗਿਆ। ਤੋਪ ਉਧਰਲੇ ਪਾਸੇ ਤੋਂ ਨੀਵੀਂ ਹੋ ਗਈ, ਤੋਪ ਦੂਜੀ ਵਾਰੀ ਚੱਲੀ ਨਹੀਂ ਹੈ। ਮਹਾਰਾਜੇ ਨੇ ਪੁੱਛਿਆ, ਕਹਿਣ ਲੱਗੇ ਵੀ ਕੀ ਗੱਲ, ਗੋਲਾ ਇੱਕੋ ਹੀ ਚੱਲਿਆ, ਤੇ ਉਦੋਂ ਮਗਰੋਂ ਤੋਪ ਬੰਦ ਕਿਉਂ ਹੋਈ ਹੈ? ਤੇ ਤੋਪ ਚਲਾਉਣ ਵਾਲੇ ਨੇ ਆਖਿਆ, ਮਹਾਰਾਜ ਕਿਵੇਂ ਚਲਾਵਾਂ, ਤੋਪ ਦਾ ਤੇ ਪਹੀਆ ਟੁੱਟ ਗਿਆ, ਤੋਪ ਨੀਵੀਂ ਹੋ ਗਈ ਇੱਕ ਪਾਸੇ। ਜਿੰਨਾ ਚਿਰ ਉਹ ਤੋਪ ਬਰਾਬਰ ਨਹੀਂ ਹੁੰਦੀ ਉਹਨਾਂ ਚਿਰ ਚੱਲ ਨਹੀਂ ਸਕਦੀ, ਜਿੰਨਾ ਚਿਰ ਚੱਲ ਨਹੀਂ ਸਕਦੀ ਗੋਲਾ ਨਿਸ਼ਾਨੇ ਤੇ ਨਹੀਂ ਲੱਗੇਗਾ। ਪਰ ਬਾਰ-ਬਾਰ ਦੁਸ਼ਮਣ ਅੰਦਰ ਬੈਠਾ, ਮੋਰਚਿਆਂ ਦੇ ਵਿੱਚ ਅੰਦਰੋਂ ਗੋਲੀ ਚੱਲਦੀ ਹੈ, ਤੀਰ ਵੀ ਚੱਲਦੇ, ਬਾਹਰ ਸਿੱਖ ਫੌਜਾਂ ਦਾ ਬੜਾ ਨੁਕਸਾਨ ਹੁੰਦਾ ਪਿਆ। ਪੁੱਛਿਆ ਮਹਾਰਾਜ ਨੇ ਵੀ ਇਹਦਾ ਕੋਈ ਇੱਕ ਹੱਲ ਤੇ ਹੋਵੇਗਾ ਨਾ, ਜੇ ਮੁਸੀਬਤ ਪਈ ਹੈ। ਤੋਪਚੀ ਨੇ ਕਿਹਾ ਵੀ ਹੱਲ ਇਹ ਆ ਵੀ ਕੋਈ ਬੰਦਾ ਆਪਣਾ ਮੋਢਾ ਇਹਦੇ ਥੱਲੇ ਆ ਕੇ ਦੇਵੇ, ਤੋਪ ਦੇ ਮੋਢੇ ਨਾਲ ਚੁੱਕੇ ਤੋਪ ਨੂੰ, ਤਾਂ ਫਿਰ ਮੈਂ ਗੋਲਾ ਚਲਾ ਸਕਦਾ। ਪਰ ਜਦੋਂ ਗੋਲਾ ਚੱਲੇਗਾ ਉਹ ਬੰਦਾ ਨਾਲ ਹੀ ਉੱਡ ਜਾਏਗਾ, ਬੰਦਾ ਵੀ ਨਾਲ ਹੀ ਮਰ ਜਾਏਗਾ।
ਬਚੇਗਾ। ਤੇ ਜਦੋਂ ਇਹ ਬਚਨ ਸੁਣਿਆ ਨਾ ਤੇ ਕਹਿਣ ਲੱਗੇ ਵੀ ਉਸ ਤੋਪ ਦੇ ਨਾ ਲਾਈਨ ਲਾ ਕੇ ਖੜਨ ਵਾਲਿਆਂ ਦੀ ਗਿਣਤੀ ਨਹੀਂ ਗਿਣੀ ਜਾਂਦੀ ਵੀ ਕਿੰਨੇ ਜਾਣੇ ਲਾਈਨ ਵਿੱਚ ਲੱਗ ਗਏ ਵੀ ਮੇਰੀ ਪਹਿਲਾਂ ਵਾਰੀ ਹੈ, ਮੇਰੀ ਪਹਿਲਾਂ ਵਾਰੀ ਹੈ। ਐਡਾ ਵੱਡਾ ਸਿਦਕ ਹੈ ਗੁਰੂ ਦੇ ਸਿੱਖ ਦਾ। ਕਹਿਣ ਲੱਗੇ ਸਮੇਂ ਦੀ ਸਰਕਾਰ ਦਾ ਉੱਥੇ ਇੱਕ ਜਸੂਸ ਖਲੋਤਾ ਹੋਇਆ, ਬਣਿਆ ਤੇ ਸਿੱਖ ਹੈ, ਪਰ ਉਹ ਵੇਖਦਾ ਪਿਆ ਵੀ ਇਹ ਸਿੱਖ ਕਿਵੇਂ ਦਾ ਜਜ਼ਬਾ ਰੱਖਦੇ, ਕਿਵੇਂ ਦੀ ਲੜਾਈ ਕਰਨੀ ਜਾਣਦੇ। ਉਹ ਜਿਹੜਾ ਜਸੂਸ ਵਿੱਚ ਖਲੋਤਾ ਉਹ ਕਹਿਣ ਲੱਗਾ ਵੀ 8ਵਾਂ ਕੇ 9ਵਾਂ ਨੰਬਰ ਮੇਰਾ ਵੀ ਹੈ। ਉਹਨਾਂ ਖਲੋਣ ਵਾਲਿਆਂ ਵਿੱਚ ਨਾ ਮੇਰੇ ਤੋਂ ਅੱਗੇ 7-8 ਬੰਦੇ ਨੇ ਤੇ 9ਵੀਂ 10ਵੀਂ ਥਾਂ ਤੇ ਮੈਂ ਵੀ ਖਲੋਤਾ ਹੋਇਆ ਵਿੱਚ ਵੇਖਣ ਵਾਸਤੇ। ਭੱਜ ਕੇ ਇੱਕ ਸਿੱਖ ਆਪਣਾ ਸਿਰ ਥੱਲੇ ਦਿੰਦਾ, ਮੋਢਾ ਦਿੰਦਾ, ਤੂਪ ਚੱਲਦੀ ਹੈ, ਨਾਲ ਹੀ ਬੰਦਾ ਉੱਡ ਜਾਂਦਾ, ਦੂਜਾ ਭੱਜ ਕੇ ਉੱਥੇ ਆਪਣਾ ਸਿਰ ਦਿੰਦਾ, ਦੂਜੀ ਵਾਰੀ ਫਿਰ ਗੋਲਾ ਚੱਲਦਾ, ਬੰਦਾ ਮਰ ਜਾਂਦਾ, ਤੀਜਾ ਫਿਰ ਅੱਗੇ ਹੋ ਜਾਂਦਾ। ਲਗਾਤਾਰ ਕਿਲੇ ਦੀ ਕੰਧ ਦੇ ਉੱਪਰ ਗੋਲੇ ਮਾਰੇ ਗਏ, ਇੱਕੇ ਜਗ੍ਹਾ ਦੇ ਉੱਪਰ ਨਿਸ਼ਾਨਾ ਬੰਨ ਕੇ। ਉਹ ਜਿਹੜਾ ਰਿਪੋਰਟ ਲਿਖਣ ਵਾਲਾ ਜਸੂਸ ਹੈ ਨਾ, ਉਹ ਕਹਿੰਦਾ ਵੀ ਮੇਰਾ ਨੰਬਰ ਨੇੜੇ ਆਉਂਦਾ ਜਾਂਦਾ, ਜਿਵੇਂ ਜਿਵੇਂ ਬੰਦੇ ਅੱਗੋਂ ਉੱਠਦੇ ਜਾਂਦੇ ਉਵੇਂ ਉਵੇਂ ਅਸੀਂ ਅੱਗੇ ਵੱਧਦੇ ਪਏ। ਉਹਨਾਂ ਸਿੱਖਾਂ ਦੀ ਕੁਰਬਾਨੀ ਵੇਖ ਕੇ ਕਹਿਣ ਲੱਗਾ ਵੀ ਮੈਂ ਜਸੂਸ ਹਾਂ, ਆਇਆ ਤੇ ਮੈਂ ਜਸੂਸੀ ਕਰਨ ਵਾਸਤੇ। ਪਰ ਉਹਨਾਂ ਸਿੱਖਾਂ ਦੀ ਕੁਰਬਾਨੀ ਵੇਖ ਕੇ ਮੇਰੇ ਮਨ ਵਿੱਚ ਵੀ ਇੰਨਾ ਸਿਦਕ ਪੈਦਾ ਹੋ ਗਿਆ, ਜੇ ਮੈਂ ਅੱਜ ਪਿੱਛੇ ਹਟ ਗਿਆ ਨਾ ਕੋਈ ਵੀ ਬਹਾਨਾ ਲਾ ਕੇ ਤੇ ਇਹਨਾਂ ਸਿੱਖਾਂ ਦੀ ਕੁਰਬਾਨੀ ਦੇ ਉੱਪਰ ਲੋਕਾਂ ਨੇ ਉਂਗਲ ਚੁੱਕ ਲੈਣੀ ਹੈ। ਲੋਕਾਂ ਨੇ ਇਹ ਕਹਿਣਾ ਵੀ ਇੱਕ ਸਿੱਖ ਮੌਤ ਤੋਂ ਡਰਦਾ ਪਰੇ ਹੋ ਗਿਆ। ਭਾਵੇਂ ਮੈਂ ਜਸੂਸ ਹਾਂ, ਦੁਸ਼ਮਣ ਦਾ ਬੰਦਾ ਹਾਂ, ਪਰ ਲੋਕਾਂ ਨੂੰ ਨਹੀਂ ਪਤਾ ਲੱਗਣਾ ਵੀ ਮੈਂ ਦੁਸ਼ਮਣ ਦਾ ਬੰਦਾ। ਲੋਕਾਂ ਨੇ ਤੇ ਮੇਰਾ ਪਹਿਰਾਵਾ ਵੇਖਣਾ ਵੀ ਮੈਂ ਸਿੱਖ ਹੀ ਹਾਂ। ਇਹਨਾਂ ਸਿੱਖਾਂ ਨੇ ਕੁਰਬਾਨੀ ਕੀਤੀ ਹੈ, ਮੇਰੇ ਕਰਕੇ ਇਹਨਾਂ ਦੀ ਕੁਰਬਾਨੀ ਜਿਹੜੀ ਹੈ ਦਾਗ ਦੇ ਨਾਲ ਹੋ ਜਾਏਗੀ, ਦਾਗ ਲੱਗ ਜਾਵੇਗਾ। ਮੈਂ ਪੱਕਾ ਮਨ ਬਣਾ ਲਿਆ ਵੀ ਜੇ ਮੇਰੀ ਵਾਰੀ ਆ ਗਈ ਮੈਂ ਵੀ ਪਰਵਾਹ ਨਹੀਂ ਕਰਾਂਗਾ, ਪਰ ਇਹਨਾਂ ਦੀ ਕੁਰਬਾਨੀ ਨੂੰ ਅਜਾਈ ਨਹੀਂ ਜਾਣ ਦੇਵਾਂਗਾ। ਮੈਂ ਵੀ ਇਸੇ ਤਰ੍ਹਾਂ ਮੋਢਾ ਲਾ ਕੇ ਕੁਰਬਾਨ ਹੋਵਾਂਗਾ। ਪਰ ਉਹ ਦੂਤ ਇਹ ਗੱਲ ਦੱਸਦਾ ਵੀ ਹੋ ਸਕਦਾ ਇਹ ਹਿਸਟਰੀ ਮੈਂ ਦੁਨੀਆ ਤੱਕ ਪਹੁੰਚਾਉਣੀ ਹੋਵੇ, ਇਤਿਹਾਸ ਮੈਂ ਦੁਨੀਆ ਨੂੰ ਦੱਸਣਾ ਹੋਵੇ, ਤਾਂ ਹੀ ਮੈਨੂੰ ਮਹਾਰਾਜ ਨੇ ਬਚਾਉਣਾ ਹੋਵੇ। ਕਹਿਣ ਲੱਗਾ ਮੇਰੇ ਤੋਂ ਅੱਗੇ ਜਿਹੜੇ 7 ਜਾਣੇ ਲੱਗੇ ਸਨ, ਉਹਨਾਂ 7 ਦੇ ਸਰੀਰ ਉੱਡਦੇ ਗਏ, 7 ਗੋਲੇ ਚੱਲੇ ਤੇ ਉਸ ਵੇਲੇ ਕਿਲੇ ਦੀ ਦੀਵਾਰ ਪਾੜ ਗਈ, ਉਹਦੇ ਵਿੱਚ ਪਾੜ ਪੈ ਗਿਆ। 8ਵਾਂ ਗੋਲਾ ਚਲਾਉਣ ਦੀ ਲੋੜ ਨਹੀਂ ਪਈ ਤੇ ਮੇਰੀ ਕੁਰਬਾਨੀ ਨਹੀਂ ਹੋਈ, ਮੈਂ ਬਚ ਗਿਆ। ਪਰ ਮੈਂ ਮਨ ਇਹਨਾਂ ਬਣਾ ਲਿਆ ਸੀ ਵੀ ਜੇ ਮੈਨੂੰ ਅੱਗੇ ਹੋਣਾ ਪਿਆ ਤੇ ਪਿੱਛੇ ਮੈਂ ਵੀ ਨਹੀਂ ਹੋਵਾਂਗਾ। ਮੈਂ ਇਹਨਾਂ ਦੀ ਕੁਰਬਾਨੀ ਨੂੰ ਹੁਣ ਦਾਗ ਨਹੀਂ ਲੱਗਣ ਦਿਆਂਗਾ। ਐਸਾ ਜਜ਼ਬਾ ਹੈ ਗੁਰੂ ਦੇ ਸਿੱਖ ਦੇ ਵਿੱਚ। ਜਦੋਂ ਕਿਤੇ ਪੰਥ ਤੇ ਧਰਮ ਤੇ ਕੁਰਬਾਨੀ ਦਾ ਸਮਾਂ ਆ ਪਵੇ, ਉਦੋਂ ਜਾਨ ਦੀ ਵੀ ਪਰਵਾਹ ਨਹੀਂ ਕਰਦਾ ਗੁਰੂ ਦਾ ਸਿੱਖ। ਇੱਥੇ ਬਚਨ ਆ ਗਿਆ ਸਿੱਧਕੀ ਸਿੱਖ ਜਿਹੜਾ ਹੋਵੇ। ਮਹਾਰਾਜ ਕਹਿਣ ਲੱਗੇ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਜੇ ਉਹਨੂੰ ਮੰਨ ਲਓ ਆਪਣਾ ਸਰੀਰ ਵੀ ਕਿਤੇ ਕੁਰਬਾਨ ਕਰਨਾ ਪਵੇ ਨਾ ਗੁਰੂ ਦੇ ਵਾਸਤੇ, ਕਿਸੇ ਭਲੇ ਕਰਮ ਦੇ ਵਾਸਤੇ, ਉਥੋਂ ਪਿੱਛੇ ਨਹੀਂ ਹਟੇਗਾ, ਕੁਰਬਾਨੀ ਕਰਕੇ ਸਫਲਾ ਹੁੰਦਾ ਹੈ। ਸੋ ਸਿੱਖ ਵੇਰੋ ਪੂਰਨ ਹੋਵੇ। ਮਹਾਰਾਜ ਕਹਿਣ ਲੱਗੇ ਉਹ ਹੈ ਮੇਰਾ ਪੂਰਾ ਸਿੱਖ। ਸਿੱਖ ਤੇ ਆਪਾਂ ਸਾਰੇ ਹੀ ਹਾਂ, ਤੁਸੀਂ ਵੀ ਸਿੱਖ ਹੋ, ਆਪਾਂ ਮੈਂ ਵੀ ਸਿੱਖ ਹਾਂ, ਪਰ ਅਸਲ ਵਿੱਚ ਸਿੱਖ ਉਹ ਹੈ ਜਿਹੜੇ ਆਪਾਂ ਇਹ ਬਚਨ ਸਰਵਣ ਕੀਤੇ। ਇਹਨੂੰ ਕਿਹਾ ਜਾਂਦਾ ਸਿੱਧਕੀ ਸਿੱਖ। ਇਹ ਸਿੱਖ ਪ੍ਰਵਾਨ ਹੈ। ਇਹਦੇ ਤੋਂ ਪਹਿਲਾਂ 3 ਸਿੱਖ ਆਏ ਨੇ। ਇੱਕ ਹੈ ਧੰਦੇ ਦੀ ਸਿੱਖੀ, ਇੱਕ ਹੈ ਵੇਖਾ ਵੇਖੀ, ਇੱਕ ਹੈ ਹਿਰਸੀ ਸਿੱਖੀ। ਉਹ ਤਿੰਨੇ ਸਿੱਖੀਆਂ ਪ੍ਰਵਾਨ ਨਹੀਂ। ਧੰਦੇ ਦੀ ਤੇ ਆਪਣੇ ਕੰਮ ਵਾਸਤੇ ਸਿੱਖ ਬਣ ਗਿਆ, ਦੇਖਾ ਦੇਖੀ ਦੀ ਦੂਜਾ ਬਣਿਆ ਤੇ ਮੈਂ ਵੀ ਬਣ ਜਾਵਾਂ। ਤੇ ਹਿਰਸੀ ਸਿੱਖੀ ਉਹ ਆ ਵੀ ਗਿਣਤੀ ਵੇਖ ਲਈ ਵੀ ਇਸ ਪਾਸੇ ਬੰਦੇ ਜ਼ਿਆਦੇ ਤੇ ਮੈਂ ਵੀ ਨਾਲ ਹੀ ਰਲ ਜਾਵਾਂ। ਇਹ 3 ਸਿੱਖੀਆਂ ਮਹਾਰਾਜ ਕਹਿੰਦੇ ਪ੍ਰਵਾਨ ਨਹੀਂ। ਪਰ ਆ ਜਿਹੜੀ ਚੌਥੀ ਹੈ ਸਿੱਧਕੀ ਸਿੱਖੀ, ਇਹ ਸਾਨੂੰ ਪ੍ਰਵਾਨ ਹੈ। ਇਸ ਤਰ੍ਹਾਂ ਦਾ ਸਿੱਖ ਹੋਣਾ ਚਾਹੀਦਾ। ਇੱਥੇ ਹੀ ਬਸ ਨਹੀਂ ਗੁਰਮੁਖੋ, ਇਹਦੇ ਤੋਂ ਅੱਗੇ ਫਿਰ ਆ ਗਈ ਹੈ 5ਵੀਂ ਸਿੱਖੀ। 5ਵਾਂ ਸਿੱਖ ਕਿਹੋ ਜਿਹਾ ਹੁੰਦਾ? ਇਹਦੇ ਤੋਂ ਉੱਪਰ ਦੇ ਲੈਵਲ ਵਾਲਾ। ਪਹਿਲਾਂ ਮਾੜਾ ਸੀ, ਫਿਰ ਚੰਗਾ, ਫਿਰ ਚੰਗਾ, ਹੁਣ ਚੰਗਾ। ਹੁਣ ਇਸ ਤੋਂ ਵੀ ਅੱਗੇ ਇੱਕ ਸਿੱਖ ਹੋਰ ਰਹਿ ਗਿਆ ਜਿਹੜਾ ਸਭ ਤੋਂ ਉੱਪਰ ਹੋਵੇਗਾ, ਉਹਨੂੰ 5ਵਾਂ ਦਰਜਾ ਮਿਲਿਆ ਹੈ। ਉਹ 5ਵਾਂ ਸਿੱਖ ਕਿਹੜਾ ਹੁੰਦਾ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸ ਜਾਵੇ, ਭੁੱਲਾਂ ਮੁਆਫ ਕਰਨੀਆਂ। ਲੇਖੈ ਕਤੈ ਨਾ ਛੂਟੀਐ, ਬਖਸ਼ਨਹਾਰ ਬਖਸ਼ ਲੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।